ਡਾਕਟਰ ਸਾਹਿਬ ਹੁਣ ਅੱਜ ਕੱਲ੍ਹ ਜਿਹੜੀ ਨਵੀਆਂ ਫੀਲਡਸ ਨੇ ਜਿਨ੍ਹਾਂ ਦਾ ਪਾਕਿਸਤਾਨ 'ਚ ਵੀ ਬਹੁਤ ਜ਼ਿਆਦਾ ਸਕੋਪ ਹੈ, ਫੋਰਨ ਇੱਥੇ ਚਲੋ ਸਕੋਪ ਹੈ ਹੀ ਹੈ ਉਹਨਾਂ ਦਾ। ਜੀ ਦੂਸਰਾ ਇਹ ਹੈ ਕਿ ਉਹ ਡਿਗਰੀਆਂ ਕਰਨ ਤੋਂ ਬਾਅਦ ਤੁਸੀਂ ਆਪਣਾ ਵੀ ਕੋਈ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਅਗਰ ਤੁਹਾਨੂੰ ਨੌਕਰੀ ਨਹੀਂ ਵੀ ਕਿਧਰੇ ਮਿਲਦੀ। ਡਾਕਟਰ ਆਫ ਫਿਜ਼ੀਕਲ ਥੈਰੇਪੀ ਹੈ, DPT ਜਿਹਨੂੰ ਕਹਿੰਦੇ ਆ, ਜੀ ਜੀ MLT ਹੈ, ਮੈਡੀਕਲ ਲੈਬ ਟੈਕਨੋਲੋਜੀ ਹੈ, BS ਪ੍ਰੋਗਰਾਮਸ ਦੀ ਗੱਲ ਕਰ ਰਹੇ ਹਾਂ। ਜੀ ਜੀ ਇਹਦੇ ਵਿੱਚ ਡਿਪਲੋਮਾ ਪ੍ਰੋਗਰਾਮਸ ਵੀ ਹੈ ਨੇ ਜਿਹਨੂੰ ਪੈਰਾਮੈਡਿਕਸ ਅਸੀਂ ਕਹਿੰਦੇ ਆ, ਹਿਊਮਨ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਹੈ, ਠੀਕ ਹੈ, HND ਜਿਹਨੂੰ ਅਸੀਂ ਕਹਿੰਦੇ ਆ, ਵਾਹ ਹਾਂ BS ਡੈਂਟਲ ਜੇ, BS ਕਾਰਡੀਓਲੋਜੀ ਹੈ, BS ਐਨਸਥੀਸੀਆ, ਵਾਹ ਵਾਹ BS ਐਮਰਜੈਂਸੀ ਐਂਡ ਇੰਟੈਂਸਿਵ ਕੇਅਰ, ਹੂੰ BS ਆਪਟੋਮੀਟਰੀ, BS ਕੰਪਿਊਟਰ ਸਾਇੰਸ, ਵਾਹ BS ਸੌਫਟਵੇਅਰ ਇੰਜੀਨੀਅਰਿੰਗ। ਇਹ ਉਹ ਡਿਗਰੀਆਂ ਨੇ ਡਾਕਟਰ ਸਾਹਿਬ ਜਿਹੜੀਆਂ ਕਰਨ ਤੋਂ ਬਾਅਦ ਅਗਰ ਕੋਈ ਬੱਚਾ ਨਹੀਂ ਵੀ ਮੁਲਾਜ਼ਮਤ ਕਰਨਾ ਚਾਹ ਰਿਹਾ, ਕਿਧਰੇ ਨੌਕਰੀ ਨਹੀਂ ਕਰਨਾ ਚਾਹ ਰਿਹਾ, ਜੀ ਜੀ ਉਹ ਆਪਣਾ ਕੋਈ ਸੈਟਅਪ ਲਾ ਕੇ ਆਪਣਾ ਕੰਮ ਕਰ ਸਕਦਾ। ਡਾਕਟਰ ਸਾਹਿਬ ਇਹ ਉਹ ਨੌਕਰੀਆਂ ਜੇ ਜਿਨ੍ਹਾਂ 'ਚ ਬੰਦਾ ਡਾਕਟਰ ਨਾਲੋਂ ਬਹੁਤੇ ਪੈਸੇ ਕਮਾ ਸਕਦਾ। ਇਹ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਨਹੀਂ ਦੱਸੀਆਂ ਜਾਂਦੀਆਂ। ਹਾਂ ਬੱਚਿਆਂ ਦੀ ਕੈਰੀਅਰ ਕਾਉਂਸਲਿੰਗ ਇਸ ਬਾਰੇ ਨਾਲ ਬਹੁਤ ਜ਼ਰੂਰੀ ਹੈ, ਜਿਹੜੀ ਕਿ ਤੁਸੀਂ ਚਲੋ ਆਪਣੇ ਇਸ ਵਲੌਗ ਦੇ ਹਿਸਾਬ ਨਾਲ ਕਰ ਰਹੇ ਹੋ। ਇਹ ਜਿਹੜੀਆਂ ਫੀਲਡਾਂ ਨੇ ਇਹਨਾਂ ਦਾ ਫੋਰਨ 'ਚ ਬਹੁਤ ਜ਼ਿਆਦਾ ਸਕੋਪ ਹੈ। ਸਾਡਾ ਇੱਥੇ ਕੀ ਕੀਤਾ ਜਾਂਦਾ ਮਾਜ਼ਰਤ ਨਾਲ, ਹਾਂ ਜਿਹੜਾ ਬੰਦਾ ਇੱਕ 5 ਸਾਲ ਦੀ ਡਿਗਰੀ ਕਰਕੇ ਆਇਆ DVM ਦੀ, ਉਹਨੂੰ ਅਸੀਂ ਡਾਕਟਰ ਸ਼ੁਰੂ ਕਰ ਦਿੰਦੇ। ਸਾਰਿਆਂ ਤੋਂ ਵੱਡੀ ਚੀਜ਼ ਤੇ ਇਹ ਹੈ ਨਾ ਕਿ ਅੱਛੀ ਤਾਲੀਮ ਪਹਿਲਾਂ ਇੱਥੇ ਪੂਰੀ ਕਰੇ, ਹਾਂ ਫਿਰ ਉਹਦੀ ਬੇਸ ਦੇ ਉੱਤੇ ਬਾਹਰ ਜਾ ਕੇ ਕੋਈ ਅੱਛਾ ਕੰਮ ਕਰੇ। ਹਾਂ ਜੇ ਮਿਹਨਤ ਮਜ਼ਦੂਰੀ ਕਰਨੀ ਹੈ ਹਾਂਜੀ ਤੇ ਫਿਰ ਪੜ੍ਹਨ ਦਾ ਕੀ ਫਾਇਦਾ? ਹਾਂ ਜੀ ਜੇ ਮਿਹਨਤ ਮਜ਼ਦੂਰੀ ਕਰਨੀ, ਅੱਛੇ ਨੰਬਰ ਬੱਚੇ ਲੈਣ, ਕਿਸੇ ਅੱਛੀ ਯੂਨੀਵਰਸਿਟੀ 'ਚ ਦਾਖਲਾ ਲੈਣ, ਅੱਛਾ ਸਕਾਲਰਸ਼ਿਪ ਮਿਲੇ। ਜੀ ਜੇ ਬਾਹਰ ਜਾ ਕੇ ਵੀ ਪਿੱਛੋਂ ਘਰੋਂ ਹੀ ਪੈਸੇ ਮੰਗਵਾਣੇ ਨੇ ਤਾਂ ਉਸ ਬਾਹਰ ਜਾਣ ਦਾ ਕੀ ਫਾਇਦਾ? ਹਾਂ ਜੀ ਹਾਂ ਇਹੀ ਸਾਰਾ ਕੰਮ ਅਗਰ ਅਸੀਂ ਐਜੂਕੇਸ਼ਨਿਸਟ ਲੋਕ ਜਿਹੜੇ ਆ, ਤਾਲੀਮੀ ਅਦਾਰਿਆਂ ਵਾਲੇ ਆ, ਜੀ ਬੱਚਿਆਂ ਨੂੰ ਸਮਝਾਈਏ ਕਿ ਇਹ ਸਾਰਾ ਕੰਮ ਕਿਵੇਂ ਕਰਨਾ ਹੈ, ਵਾਹ ਤੇ ਵਾਹ ਕੋਈ ਮੁਸ਼ਕਲ ਚੀਜ਼ ਨਹੀਂ। ਪੜ੍ਹੇ ਲਿਖੇ ਬੰਦੇ ਲਈ ਤੇ ਡਾਕਟਰ ਸਾਹਿਬ ਕੰਮ ਹੀ ਕੋਈ ਨਹੀਂ। ਜੀ ਉਹ ਹਾਂ ਵੀਜ਼ਾ ਐਪਲੀਕੇਸ਼ਨ ਫਾਰਮ ਲੈਣਾ, ਡਾਕੂਮੈਂਟ ਸਾਰੇ ਆਪਣੇ ਟੈਸਟ ਕਰਵਾ ਕੇ ਨਾਲ ਲਾ ਕੇ ਅੰਬੈਸੀ 'ਚ ਜਮ੍ਹਾਂ ਕਰਾ ਦੇਣਾ। ਵਾਹ ਇੰਨੀ ਕੋ ਗੱਲ ਹੁੰਦੀ ਜੇ ਸਿਰਫ। ਵਾਹ ਵਾਹ ਜਿਹਦੇ ਏਜੰਟ ਜਿੰਨੇ ਵੀ ਨੇ, ਕੋਈ 5-5 ਲੱਖ ਲੈ ਰਿਹਾ, ਕੋਈ 10-10 ਲੱਖ ਲੈ ਰਿਹਾ, ਇਹ ਤਾਂ ਮੈਂ ਥੋੜੀ ਜਿਹੀ ਅਮਾਉਂਟ ਦੱਸ ਰਿਹਾ। ਬਾਕੀ ਇੱਕ ਮੈਂ ਤੁਹਾਡੇ ਚੈਨਲ ਦੇ ਤਵਸਤ ਨਾਲ ਇਹ ਵੀ ਚੀਜ਼ ਕਹਿਣਾ ਚਾਹੁੰਦਾ, ਅਗਰ ਕਿਸੇ ਬੱਚੇ ਨੂੰ ਕੋਈ ਮੁਸ਼ਕਲ ਆ ਰਹੀ ਹੋਵੇ ਜੀ ਬਾਹਰ ਜਾਣ ਦੇ ਮਾਮਲੇ 'ਚ, ਜਾਂ ਉਹਨੂੰ ਕੋਈ ਸਮਝ ਨਹੀਂ ਆ ਰਹੀ ਹੋਵੇ, ਜੀ ਜੀ ਤੇ ਉਹ ਸਾਡੀ ਐਸਪਾਇਰ ਕਾਲਜ ਸੰਭੜਿਆ ਲਾ ਕੇ ਰਾਬਤਾ ਕਰ ਸਕਦਾ ਹੈ। ਵਾਹ ਉਹਨੂੰ ਅਸੀਂ ਅੱਛੇ ਤਰੀਕੇ ਨਾਲ ਹਰ ਚੀਜ਼ ਗਾਈਡ ਕਰਾਂਗੇ। ਵਾਹ ਵਾਹ ਔਰ ਇਹਦੀ ਕੋਈ ਫੀਸ ਵੀ ਨਹੀਂ ਹੋਏਗੀ, ਕੋਈ ਫੀਸ ਨਹੀਂ ਹੋਏਗੀ। ਇਹ ਕਹਿ ਲਵੋ ਕਿ ਫੀਸ ਬਿਲਿਲਾ। ਔੜਕ ਜਾਣਾ ਹੈ ਮਰ ਵੇ, ਚੱਲ ਮੇਲੇ ਨੂੰ ਚਲੀਏ। ਕੋਈ ਇਹੋ ਜਿਹਾ ਮੇਲਾ ਜਿੱਥੇ ਬਾਬਾ ਬੁੱਲੇ ਸ਼ਾਹ ਦੀ ਖੁਸ਼ਬੂ ਹੋਵੇ, ਸ਼ਾਹ ਹੁਸੈਨ ਦੀ ਖੁਸ਼ਬੂ ਹੋਵੇ, ਹਜ਼ਰਤ ਸੁਲਤਾਨ ਰਫੀਨ ਦੀ ਖੁਸ਼ਬੂ ਹੋਵੇ, ਜਿੱਥੇ ਬਾਬਾ ਫਰੀਦ ਦੀ ਖੁਸ਼ਬੂ ਹੋਵੇ, ਜਿੱਥੇ ख्वाजा ਗੁਲਾਮ ਫਰੀਦ ਦੀ ਖੁਸ਼ਬੂ ਹੋਵੇ। ਕੋਈ ਅੰਦਰ ਦੀ ਗੱਲ ਹੋਏ, ਕੋਈ ਅੰਦਰ ਦਾ ਮੇਲਾ ਹੋਏ। ਇੱਕ ਅੰਦਰ ਦਾ ਮੇਲਾ ਲੱਗ ਗਿਆ ਜੀ, ਅਲਹਮਦੁਲਿਲਾ। ਜਨਾਬੇ ਜਾਵੇਦ ਅਕਰਮ ਸਾਹਿਬ ਦਾ ਜਿਹੜਾ ਮੇਲਾ ਨਿਊਜ਼ ਚੈਨਲ ਹੈ, ਇਹ ਉਹੀ ਮੇਲਾ ਜਿਹੜਾ ਇਹ ਸਾਰੇ ਮੇਲਿਆਂ ਦਾ ਪਤਾ ਦਿੰਦਾ ਹੈ। ਤੇ ਕਿਆ ਤੁਸੀਂ ਇਸ ਮੇਲੇ ਤੋਂ ਵਾਕਿਫ ਹੋ? ਜੇ ਨਹੀਂ ਹੈਗੇ ਤੇ ਅੱਜ ਹੀ ਮੇਲਾ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫਿਰ ਕਹੋ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ।
ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਸਾਡਾ ਅੱਜ ਦਾ ਇਹ ਵਲੌਗ ਜਿਹੜਾ ਹੈ, ਇਹ ਸਾਡੇ ਬੱਚਿਆਂ, ਸਾਡੇ ਧੀਆਂ ਪੁੱਤਰਾਂ, ਸਾਡੇ ਪੂਰੀ ਕੌਮ ਦੇ ਤਾਲਬ ਇਲਮਾਂ ਦੇ ਨਾਂ ਹੈ। ਕੁਝ ਦਿਨਾਂ ਤਾਈਂ 24 ਜੁਲਾਈ ਨੂੰ ਸਾਡੇ ਪੂਰੇ ਪੰਜਾਬ ਦੇ ਵਿੱਚ ਮੈਟ੍ਰਿਕ ਦੇ ਇਮਤਿਹਾਨਾਤ ਦੇ ਰਿਜ਼ਲਟ ਆਉਣ ਵਾਲੇ ਨੇ। ਪਿਆਰਿਓ, ਸਾਡੇ ਜਿਹੜੇ ਬੱਚੇ ਨੇ, ਕਿਉਂਕਿ ਸਾਡੇ ਮੁਲਕ ਦੇ ਵਿੱਚ ਖਵਾਨਦਗੀ ਦੀ ਸ਼ਰ੍ਹਾ ਇੰਨੀ ਜ਼ਿਆਦਾ ਨਹੀਂ, ਬਦਕਿਸਮਤੀ ਦੇ ਨਾਲ, ਤੇ ਸਾਡੇ ਨੌਜਵਾਨ ਤਲਬਾ ਉਹ ਤਾਲਿਬਾਤ ਜਿਹੜੇ ਨੇ ਨਾ ਜੀ, ਉਹ ਕੋਈ ਫੈਸਲਾ ਨਹੀਂ ਕਰ ਪਾਉਂਦੇ, ਕੋਈ ਡਿਸੀਸ਼ਨ ਨਹੀਂ ਲੈ ਸਕਦੇ ਕਿ ਫਿਊਚਰ ਦੇ ਵਿੱਚ ਉਹ ਕਿਹੜੀ ਤਾਲੀਮ ਹਾਸਲ ਕਰਨ ਜਿਹੜੀ ਉਹਨਾਂ ਦੇ ਵਾਸਤੇ ਫਾਇਦੇਮੰਦੀ ਸਾਬਤ ਹੋਵੇਗੀ। ਔਰ ਨਾ ਸਿਰਫ ਉਹਨਾਂ ਨੂੰ ਕੋਈ ਅੱਛੀ ਜੌਬ ਵੀ ਮਿਲ ਜਾਏਗੀ, ਬਲਕਿ ਮੁਆਸ਼ੀ ਤੌਰ ਤੇ ਆਸੂਦਗੀ ਵੀ ਉਹ ਹਾਸਲ ਕਰ ਸਕਣਗੇ। ਫਿਊਚਰ ਦੀ ਜਿਹੜੀ ਕੰਸਲਟੇਸ਼ਨ ਹੈ, ਇਹ ਮਾਂ-ਬਾਪ ਵੱਲੋਂ ਵੀ ਘੱਟ ਮਿਲ ਸਕਦੀ ਹੈ, ਕਿਉਂਕਿ ਬਹੁਤੇ ਤੇ ਮਾਈ ਬਾਪ ਅੱਜ ਵੀ ਸਾਡੇ ਜਿਹੜੇ ਨੇ ਨਾ ਜੀ ਪੇਰੈਂਟਸ, ਉਹ ਐਡੇ ਤਾਲੀਮ ਯਾਫਤਾ ਨਹੀਂ ਹੁੰਦੇ ਔਰ ਐਡੇ ਬਾਖਬਰ ਨਹੀਂ ਹੁੰਦੇ ਕਿ ਮੁਲਕੀ ਸਤਹ ਦੇ ਉੱਤੇ ਔਰ ਆਲਮੀ ਸਤਹ ਦੇ ਉੱਤੇ ਕਿਹੜੀ ਤਾਲੀਮ ਹੈ ਜਿਹਨੂੰ ਹਾਸਲ ਕੀਤਾ ਜਾਏ ਤੇ ਉਹਦਾ ਕੱਲ ਕਲਾਂ ਨੂੰ ਇਨ ਫਿਊਚਰ ਉਹਦਾ ਮੁੱਲ ਪੈ ਸਕਦਾ ਹੈ। ਪਿਆਰਿਓ, ਇਸੇ ਅਲਬੀਏ ਨੂੰ ਅਸੀਂ ਅੱਜ ਆਪਣੀ ਗੁਫ਼ਤਗੂ ਦਾ ਮੌਜੂ ਬਣਾਉਣ ਜਾ ਰਹੇ ਹਾਂ। ਸਾਡੇ ਪਾਕਿਸਤਾਨ ਦੇ, ਸਾਡੇ ਦੇਸ਼ ਪੰਜਾਬ ਦੇ ਇੱਕ ਬੜੇ ਹੀ ਮਾਰੂਫ ਮਾਹਿਰ ਤਾਲੀਮ ਸਾਡੇ ਬੜੇ ਪਿਆਰੇ ਦੋਸਤ ਨੇ, ਸਾਡੇ ਮਿੱਤਰ ਨੇ। ਅਸੀਂ ਉਹਨਾਂ ਕੋਲੋਂ ਖਸੂਸੀ ਟਾਈਮ ਲਿਆ ਆਪਣੇ ਪੁੱਤਰਾਂ ਧੀਆਂ ਦੇ ਵਾਸਤੇ। ਉਹਨਾਂ ਦਾ ਨਾਮੇ ਨਾਮੀ ਤੇ ਇਸਮੇ ਗਿਰਾਮੀ ਹੈ ਡਾਕਟਰ ਸੁਲੇਮਾਨ ਮੁਨੀਰ ਸਾਹਿਬੋ। ਐਸਪਾਇਰ ਕਾਲਜ ਡਸਕਾ ਦੇ ਮੁਅੱਕਰ ਪ੍ਰਿੰਸੀਪਲ ਨੇ ਔਰ ਬਾਇਓਕੈਮਿਸਟਰੀ ਦੇ ਵਿੱਚ ਉਹਨਾਂ PhD ਕੀਤੀ ਹੋਈ ਹੈ, ਮਾਸ਼ਾਅੱਲਾ ਸਾਇੰਟਿਸਟ ਨੇ। ਆਓ ਉਹਨਾਂ ਤੋਂ ਪੁੱਛਨੇ ਆ ਕਿ ਜਿਹੜੇ ਮੈਟ੍ਰਿਕ ਦੇ ਵਿੱਚ ਸਾਡੇ ਬੱਚੇ ਪਾਸ ਆਊਟ ਹੋਣਗੇ, ਉਹਨਾਂ ਨੂੰ ਅੱਗੋਂ ਕਾਲਜ ਦੇ ਵਿੱਚ ਆ ਕੇ ਕਿਹੜੀ ਐਸੇ ਸਬਜੈਕਟਸ ਉਹਨਾਂ ਨੂੰ ਸਿਲੈਕਟ ਕਰਨੇ ਚਾਹੀਦੇ ਨੇ, ਕਿਹੜੇ ਡਿਸਪਲਿਨਸ ਦੇ ਵਿੱਚ ਸਾਡੇ ਬੱਚੇ ਜਾਣ ਕਿ ਉਹਨਾਂ ਦਾ ਮੁਸਤਕਬਲ ਨਿਖਰ ਜਾਏ। अस्सलाम वालेकुम जनाब डॉक्टर साहब। वालेकुम अस्सलाम। डॉक्टर साहब, गुजारिश है वे कि साडे मुल्क दे विच माशाअल्लाह हुण शरह ख्वानदगी बड़ी वध रही है, अल्हम्दुलिल्लाह। जी जी अल्हम्दुलिल्लाह। लेकिन कम अज कम जदों असी टीनेजर सां या असी कॉलेज दे विच एडमिशन लैना सी ते साडे मोहतरम मुअक्कर मुफखर वालिदैन, अल्लाह पाक उन्हां नूं गरी के रहमत करे, ਉਹ ਚੂंकि इन्ने पढ़े लिखे नहीं सन ते ਅਸੀਂ ਤੇ ਉਹਨਾਂ ਕੋਲੋਂ ਪੁੱਛ ਵੀ ਨਹੀਂ ਸਕਦੇ। ਉਹ ਸਾਨੂੰ ਇਹ ਹੀ ਕਹਿ ਦਿੰਦੇ ਹੁੰਦੇ ਸਨ, ਕਾਕਾ ਜਿਹੜੇ ਚੰਗੇ ਕੋਈ ਸਬਜੈਕਟਸ ਨੇ ਰੱਖ ਲੈ, ਹਾਂਜੀ, ਤੇ ਪੜ੍ਹੋ। ਲੇਕਿਨ ਦੇਖੋ ਨਾ, ਹੁਣ ਜਿਹੜੀ ਸਾਡਾ ਜਦੀਦ ਦੌਰ ਹੈ, ਮੌਜੂਦਾ ਸਮਾਂ ਜਿਹੜਾ ਹੈ, ਇਹਦੀਆਂ ਕੁਝ ਡਿਮਾਂਡਸ ਨੇ। ਇੱਕ ਟਾਈਮ ਸੀ ਸਰ ਡਾਕਟਰ ਸਾਹਿਬ, ਜਦੋਂ ਲੋਕ ਮੈਡੀਕਲ 'ਚ ਬਹੁਤ ਜ਼ਿਆਦਾ ਜਾਂਦੇ ਸਨ, ਇੰਜੀਨੀਅਰਿੰਗ ਕਰਦੇ ਸਨ। ਫਿਰ ਇੱਕ ਦੌਰ ਆਇਆ ਕਿ ਅਕਾਊਂਟ ਹਰ ਬੰਦਾ ਚਾਹੁੰਦਾ ਸੀ ਕਿ ਮੈਂ BCom ਕਰਾਂ, मैं MCom यानी कॉमर्स की एजुकेशन। उस तो बाद हुण रीसेंट असीं देखने आ कि IT जिहड़ी है उहदी, इस तो इलावा बहुत सारे सबजैक्ट तुसीं ते आप सारे जानदे हो। एक तो मेहरबानी करके ना सर ये दसो साडे बच्चिआं नूं, साडे धीआं पुत्रां नूं मशवरा दिओ कि मैट्रिकुलेशन तो बाद वो सर किहड़े तालीमी शोबे वल जाण कि उन्हां नूं अग्गों ਉਹਨਾਂ ਦਾ ਪਾਕਿਸਤਾਨ ਵਿੱਚ ਵੀ ਮੁੱਲ ਪਵੇ, ਉਹਨਾਂ ਦੀ ਤਾਲੀਮ ਦਾ, ਉਹਨਾਂ ਨੂੰ ਜੌਬ ਅਪਰਚੁਨਿਟੀਜ਼ ਵੀ ਮਿਲਣ, ਔਰ ਦੂਸਰਾ ਇਹ ਵੀ ਆਪਣੇ ਮੁਲਕ ਔਰ ਕੌਮ ਦੀ ਖਿਦਮਤ ਕਰ ਸਕਣ, ਆਪਣੀ ਫੈਮਿਲੀ ਦਾ, ਮਾਂ ਪਿਓ ਦਾ,
ਸ਼ਹਿਰ ਦਾ ਨਾਂ ਰੋਸ਼ਨ ਕਰ ਸਕਣ। ਕਿਹੜੀ ਐਸੀ ਤਾਲੀਮ ਹੈ ਡਾਕਟਰ ਸਾਹਿਬ, ਸਾਰਿਆਂ ਤੋਂ ਪਹਿਲੇ ਤੇ ਮੈਂ ਤੁਹਾਨੂੰ ਖਰਾਜੇ ਕੀ ਤਹਿਸੀਨ ਪੇਸ਼ ਕਰਨਾ ਸਰ? ਕਿ ਤੁਸੀਂ ਐਡਾ ਅੱਛਾ ਇੱਕ ਟੌਪਿਕ ਜਿਹੜਾ ਹੈ ਜੀ ਉਹਦੇ ਤੇ ਵਲੌਗ ਬਣਾਉਣ ਦਾ ਸੋਚਿਆ ਕਿ ਜਿਹਦੀ ਅੱਜ ਕੱਲ੍ਹ ਬਹੁਤ ਅਸ਼ਲ ਜ਼ਰੂਰਤ ਹੈ। ਜੀ ਤੇ ਮਾਸ਼ਾਅੱਲਾ ਮੇਲਾ ਟੀਵੀ ਵੈਸੇ ਵੀ ਲੋਕ ਬਹੁਤ ਦੇਖਦੇ ਨੇ, ਜੀ ਬਸ ਤੇ ਇਹਦੇ ਤਵਸਤ ਦੇ ਨਾਲ ਬੱਚਿਆਂ ਤੱਕ ਇਹ ਮੈਸੇਜ ਵੀ ਸਾਡਾ ਪਹੁੰਚੇਗਾ। ਜੀ ਜਿਵੇਂ ਕਿ ਡਾਕਟਰ ਸਾਹਿਬ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ 24 ਜੁਲਾਈ ਨੂੰ ਬੱਚਿਆਂ ਦਾ ਰਿਜ਼ਲਟ ਆ ਰਿਹਾ ਜੀ ਮੈਟ੍ਰਿਕ ਦਾ। ਜੀ ਵੇਖੋ ਡਾਕਟਰ ਸਾਹਿਬ, ਇੰਟਰ ਲੈਵਲ ਜਿਹੜਾ ਹੈ ਇਹਦੇ ਉੱਤੇ ਮੇਜਰ ਜਿਹੜੀਆਂ ਫੀਲਡਾਂ ਨੇ ਉਹ ਸਾਡੇ ਕੋਲ 5 ਫੀਲਡਾਂ ਨੇ। ਜੀ FSC ਪ੍ਰੀ ਮੈਡੀਕਲ ਹੈ, ਜੀ ਪ੍ਰੀ ਇੰਜੀਨੀਅਰਿੰਗ ਹੈ, ICS ਹੈ, ICOM ਹੈ, FA ਹੈ ਤੇ FAIT ਹੈ। ਜੀ ICS ਦੇ ਵਿੱਚ ਵੀ 2 ਡਿਸਪਲਿਨ ਨੇ, ICS ਫਿਜ਼ਿਕਸ ਹੈ ਤੇ ICS ਸਟੈਟ ਹੈ। ਇਕਨੋਮਿਕਸ ਵੀ ਇਹਦੇ ਨਾਲ, ਲੇਕਿਨ ਉਹ ਬਹੁਤ ਘੱਟ ਚੱਲਦਾ। ਹੁਣ ਇਹਦੇ ਵਿੱਚ ਅਸਲ ਚੀਜ਼ ਇਹ ਵੇ ਕਿ ਡਾਕਟਰ ਸਾਹਿਬ ਜਦੋਂ ਬੱਚੇ ਦਾ ਦਾਖਲਾ ਕਰਵਾਉਣ ਲਈ ਪੇਰੈਂਟਸ ਸਾਡੇ ਕੋਲ ਆਉਂਦੇ ਨੇ ਨਾ, ਬੱਚੇ ਨੂੰ ਅਸੀਂ ਪੁੱਛੀਏ ਕਿ ਬੇਟਾ ਕੀ ਕਰਨਾ ਹੈ, ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਜੀ ਕਿ ਮੈਂ ਅਗਰ ਮੈਡੀਕਲ ਕਰਨਾ ਵਾ ਤੇ ਕੱਲ ਨੂੰ ਮੈਂ ਕੀ ਕਰ ਸਕਣਾ ਵਾ, ਜੀ ਮੈਂ ਇੰਜੀਨੀਅਰਿੰਗ ਕਰਨਾ ਵਾ ਤੇ ਮੈਂ ਕੱਲ ਨੂੰ ਕੀ ਕਰ ਸਕਣਾ। ਉਹ ਅਸੀਂ ਉਹਨੂੰ ਪੁੱਛੀਏ ਨਾ ਪੁੱਤਰ ਕਰਨਾ ਕੀ ਹੈ, ਉਹ ਇੱਕ ਹੀ ਜਵਾਬ ਹੁੰਦਾ ਜੀ, ਉਹ ਮੇਰੇ ਚਾਚੇ ਨੇ ਕਿਹਾ ਹੈ ਕਿ ਇਹ ਕਰ ਲੈ, ਫੁੱਫੀ ਨੇ ਕਿਹਾ ਹੈ ਮੈਡੀਕਲ ਕਰ ਲੈ, ਫਲਾਣਾ ਕਜ਼ਨ ਇਹ ਕਰ ਰਿਹਾ। ਬੱਚੇ ਨੂੰ ਆਪ ਕੋਈ ਨਹੀਂ ਪਤਾ। ਤੇ ਇਹਦੇ ਲਈ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਬੱਚਿਆਂ ਦੀ ਕੈਰੀਅਰ ਕਾਉਂਸਲਿੰਗ ਕੀਤੀ ਜਾਵੇ। ਜੀ ਜੀ ਉਹਦੇ ਵਾਸਤੇ ਅਸੀਂ ਜਿਹੜਾ ਇਸ ਦਫਾ ਇੱਥੇ ਇੱਕ ਇਨੀਸ਼ੀਏਟਿਵ ਲਿਆ ਹੈ, ਉਹ ਅਸੀਂ ਕੈਰੀਅਰ ਕਾਉਂਸਲਿੰਗ ਸੈੱਲ ਇੱਕ ਬਣਾਇਆ। ਵਾਹ। ਜਿਹਦੇ ਵਿੱਚ ਬੱਚਾ ਆਏਗਾ, ਉਹ ਆ ਕੇ ਦੱਸੇਗਾ ਕਿ ਮੈਂ ਇਹ ਚੀਜ਼ ਕਰਨਾ ਚਾਹਨਾ ਵਾਂ। ਉਹਦੇ ਕੱਲ ਨੂੰ ਫਿਊਚਰ ਪਰਸਪੈਕਟਿਵ ਕਿ ਉਹ ਕਿੱਥੇ ਕਿੱਥੇ ਜਾ ਸਕਦਾ, ਜੀ ਜੀ ਕਿਹੜੀ ਕਿਹੜੀ ਮੁਲਾਜ਼ਮਤ ਹਾਸਲ ਕਰ ਸਕਦਾ, ਜਾਂ ਕਿਹੜੇ ਮਤਲਬ ਬਿਜ਼ਨਸ ਫੀਲਡ ਵਿੱਚ ਜਾ ਸਕਦਾ, ਉਹਨੂੰ ਪੂਰਾ ਗਾਈਡ ਕੀਤਾ ਜਾਂਦਾ। ਵਾਹ। ਇੱਕ ਤੇ ਇਹ ਚੀਜ਼ ਹੋ ਗਈ। ਜਿਹੜੀ ਦੂਸਰੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਨਾ ਡਾਕਟਰ ਸਾਹਿਬ, ਇਹ ਵੀ ਕਿ ਬੱਚੇ ਨੂੰ ਉਹਦੀ ਇੰਟਰਸਟ ਪੁੱਛੀ ਜਾਵੇ। ਜੀ ਬੱਚੇ ਤੇ ਇਹ ਥੋਪ ਨਾ ਦਿੱਤਾ ਜਾਵੇ ਕਿ ਤੂੰ ਮੈਡੀਕਲ ਕਰਨਾ, ਤੂੰ ਡਾਕਟਰ ਬਣਨਾ। ਬੱਚੇ ਨੂੰ ਵੇਖੋ ਉਹ ਕੀ ਕਰਨਾ ਚਾਹੁੰਦਾ। ਵਾਹ। ਜਦੋਂ ਬੱਚੇ ਸਾਡੇ ਕੋਲ ਕਈ ਵਾਰੀ ਮੈਟ੍ਰਿਕ ਦੇ ਬੜੇ ਅੱਛੇ ਨੰਬਰਾਂ ਵਾਲੇ ਬੱਚੇ ਆਉਂਦੇ ਨੇ, ਲੇਕਿਨ ਫਸਟ ਈਅਰ 'ਚ ਉਹ ਨਾਕਾਮ ਹੋ ਜਾਂਦੇ ਨੇ। ਜਦੋਂ ਬਿਠਾ ਕੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਪੁੱਤਰ ਕੀ ਵਜ੍ਹਾ ਤੇਰੇ ਨੰਬਰ ਇੰਨੇ ਘੱਟ ਕਿਉਂ ਆਏ ਨੇ, ਉਹ ਇੱਕ ਹੀ ਨਾਰਮਲੀ ਬੱਚੇ ਦਾ ਜਵਾਬ ਹੁੰਦਾ ਹੈ ਕਿ ਮੈਂ ਕਰਨਾ ਪ੍ਰੀ ਇੰਜੀਨੀਅਰਿੰਗ ਚਾਹੁੰਦਾ ਹਾਂ, ਘਰਦਿਆਂ ਨੇ ਕਿਹਾ ਪ੍ਰੀ ਮੈਡੀਕਲ ਕਰ, ਮੈਂ ਕੋਸ਼ਿਸ਼ ਤਾਂ ਬੜੀ ਕੀਤੀ ਹੈ ਲੇਕਿਨ ਮੈਂ ਨਹੀਂ ਕਰ ਸਕਿਆ। ਠੀਕ ਹੈ, ਇਹ ਇੱਕ ਸਾਰਿਆਂ ਤੋਂ ਵੱਡਾ ਸਾਡਾ ਅਲਮੀਆ ਹੈ ਕਿ ਬੱਚਿਆਂ ਨੂੰ ਕਾਲਜ ਗਾਈਡ ਨਹੀਂ ਕਰਦੇ। ਅਗਰ ਬੱਚਾ ਸਾਡੇ ਕੋਲ ਇੱਕ ਆਇਆ, ਉਹਦੇ ਡਾਕਟਰ ਸਾਹਿਬ ਵੇਖੋ 9ਵੀਂ ਦੇ ਵਿੱਚੋਂ ਨੰਬਰ ਬਹੁਤ ਘੱਟ ਨੇ ਜਾਂ 10ਵੀਂ ਚੋਂ ਨੰਬਰ ਬਹੁਤ ਘੱਟ ਨੇ, ਉਹ ਬੱਚਾ ਕਹਿੰਦਾ ਮੈਂ ਪ੍ਰੀ ਮੈਡੀਕਲ ਕਰਨਾ ਹੈ ਤੇ ਉਹਦਾ ਖਾਬ ਕੀ ਹੈ ਮੈਂ ਡਾਕਟਰ ਬਣਨਾ ਹੈ। ਉਹਨੂੰ ਇਹ ਚੀਜ਼ ਕਲੀਅਰ ਕਰ ਦਿੱਤੀ ਜਾਏ ਕਿ ਪੁੱਤਰ ਤੇਰੇ ਮੈਟ੍ਰਿਕ ਤੋਂ ਆਲਰੇਡੀ ਨੰਬਰ ਬਹੁਤ ਘੱਟ ਨੇ, ਤੂੰ ਉਹ ਚੀਜ਼ ਕਰ ਜਿਹਦਾ ਕੱਲ ਨੂੰ ਸਕੋਪ ਹੈ। ਹੁਣ ਉਹਦੇ ਵਾਸਤੇ ਤੈਨੂੰ ਮੈਰਿਟ ਬਹੁਤ ਜ਼ਿਆਦਾ ਚਾਹੀਦਾ, ਤੇਰਾ ਮੈਰਿਟ ਨਹੀਂ ਬਣੇਗਾ। ਤੇ ਇਹ ਚੀਜ਼ਾਂ ਬੱਚਿਆਂ ਨੂੰ ਦੱਸਣੀਆਂ ਬਹੁਤ ਜ਼ਰੂਰੀ ਨੇ। ਅਸੀਂ ਕਾਲਜ ਕੀ ਕਰਨੇ ਆ, ਸਿਰਫ ਪੈਸੇ ਕਮਾਉਣ ਵਾਸਤੇ ਬੱਚਾ ਆਇਆ ਜੀ ਮੈਨੂੰ ਮੈਡੀਕਲ 'ਚ ਰੱਖੋ, ਭਾਵੇਂ ਉਹਦੀ ਨਾਮ ਵਿੱਚ ਸਪਲੀ ਵੀ ਹੋਵੇ, ਅਸੀਂ ਦਾਖਲ ਕਰ ਲੈਂਦੇ ਆ। ਇਸ ਚੀਜ਼ ਦਾ ਬਹੁਤ ਫੁਕਦਾਨ ਹੈ। ਔਰ ਉਹ ਜਦੋਂ ਤੁਸੀਂ ਪੈਸਿਆਂ ਦੇ ਲਾਲਚ ਵਿੱਚ, ਜਿਵੇਂ ਤੁਸੀਂ ਆਪ ਹੀ ਫਰਮਾਇਆ, ਮੈਂ ਤੇ ਗੁਸਤਾਖੀ ਨਹੀਂ ਕਰ ਸਕਦਾ। ਹਾਂਜੀ ਹਾਂਜੀ ਬਿਲਕੁਲ ਸਰ, ਜਦੋਂ ਤੁਸੀਂ ਉਹਨੂੰ ਦਾਖਲ ਕਰ ਲੈਂਦੇ ਹੋ ਤੇ ਉਹ ਸਮਝ ਲਓ ਕਿ ਉਹਦੀ ਨਾਕਾਮੀ ਦਾ ਫਰਸਟ ਸਟੈਪ ਸ਼ੁਰੂ ਹੋ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਠੀਕ ਕਹਿ ਰਹੇ ਹੋ। ਕਿਉਂਕਿ ਸਰ ਕੁਝ ਤੁਹਾਡੇ ਵਰਗੇ ਮੁਖਲਸ ਵੀ ਅੱਲਾਹ ਪਾਕ ਦਾ ਇਹਸਾਨ ਹੈ, ਸਾਡੀ ਧਰਤੀ ਤੇ ਬੜੇ ਪਾਏ ਜਾਂਦੇ ਨੇ ਡਾਕਟਰ ਸਾਹਿਬ, ਲੇਕਿਨ ਕੁਝ ਤੇ ਹੁਣ ਖਾਲਿਸ ਸਤਨ ਨਾ ਜੀ ਤਾਲੀਮ ਫਰੋਸ਼ੀ ਵੱਲ ਵੀ ਹੋ ਗਿਆ ਹੈ। ਬਿਲਕੁਲ ਡਾਕਟਰ ਸਾਹਿਬ, ਕੁਝ ਅਦਾਰਿਆਂ ਦਾ। ਤੇ ਉਹ ਤੁਸੀਂ ਬੜੀ ਜ਼ਬਰਦਸਤ ਗੱਲ ਕੀਤੀ ਕਿ ਜਿਹੜਾ ਬੱਚਾ ਜਿੰਨੇ ਯੋਗਾ ਹੈ ਪੰਜਾਬੀ ਵਿੱਚ, ਉਹਨੂੰ ਉਹਦੀ ਰਾਹ ਵਹਾਈ ਜਾਏ, ਉਹਦੀ ਜਿਸ ਸਬਜੈਕਟ ਦੇ ਅਹਿਲ ਹੈ ਉਹਨੂੰ ਕਿਹਾ ਜਾਏ ਕਿ ਤੂੰ ਇਹ ਪੜ੍ਹ। ਦੂਸਰਾ ਮਾਦਰਤ ਮੈਂ ਤੁਹਾਡੀ ਗੱਲ ਕਰ ਰਿਹਾ। ਦੂਸਰਾ ਡਾਕਟਰ ਸਾਹਿਬ ਇੱਕ ਇਹ ਵੀ ਚੀਜ਼ ਹੈ ਨਾ ਕਿ ਅਸੀਂ ਬੱਚਿਆਂ ਨੂੰ ਇਹ ਚੀਜ਼ ਨਹੀਂ ਦੱਸਦੇ ਕਿ ਪੁੱਤਰ ਤੂੰ ਜਿਹੜੀ ਵੀ ਫੀਲਡ ਪੜ੍ਹ ਰਿਹਾ ਉਹਦੇ ਵਿੱਚ ਤੂੰ ਆਪਣੀ ਮਹਾਰਤ ਹਾਸਲ ਕਰਨੀ, ਐਕਸਪਰਟੀਜ਼ ਲੈਣੀਆਂ ਨੇ। ਵਾਹ। ਠੀਕ ਹੈ, ਉਹ ਕੋਈ ਵੀ ਫੀਲਡ ਅਗਰ ਬੱਚਾ ਉਹਦੇ 'ਚ ਐਕਸਪਰਟ ਹੈ ਨਾ, ਉਹਨੂੰ ਕੱਲ ਨੂੰ ਜੌਬ ਵੀ ਮਿਲਦੀ ਹੈ, ਸਭ ਕੁਝ ਮਿਲਦਾ। ਸਿਰਫ ਅਸਾਂ ਇੱਕ ਹਵਾ ਬਣਾ ਦਿੱਤਾ ਜੀ ਪ੍ਰੀ ਮੈਡੀਕਲ ਹੈ ਇਹ ਸਭ ਤੋਂ ਅੱਛੀ ਹੈ, ਪ੍ਰੀ ਇੰਜੀਨੀਅਰਿੰਗ ਹੈ ਇਹ ਅੱਛੀ ਹੈ, ਜਾਂ ICS ਇਹ ਅੱਛਾ ਹੈ। ਆਰਟਸ ਵਾਲੇ ਪਾਸੇ ਹੀ ਬੱਚਿਆਂ ਨੂੰ ਮੋਟੀਵੇਟ ਹੀ ਨਹੀਂ ਕਰਦੇ। ਉਹਦੀ ਵਜ੍ਹਾ ਤੋਂ ਸਾਡੇ ਕੋਲ ਬੜਾ ਫੁਕਦਾਨ ਹੁੰਦਾ ਜਾ ਰਿਹਾ। ਹਾਂਜੀ ਹਾਂਜੀ। ਹੁਣ ਸਾਡੀ ਕੌਮੀ ਜ਼ਬਾਨ ਹੈ ਉਰਦੂ। ਡਾਕਟਰ ਸਾਹਿਬ ਯਕੀਨ ਕਰੋ ਬੱਚਾ ਉਰਦੂ ਸਬਜੈਕਟ ਨੂੰ ਲੈਣ ਵਾਲੇ ਪਾਸੇ ਆਉਂਦਾ ਹੀ ਨਹੀਂ। ਸਰ ਪਿੱਛੇ ਜੇ ਇੱਕ ਮੋਹਤਰਮ ਪ੍ਰੋਫੈਸਰ ਸਾਹਿਬ ਦੋਸਤ ਦੱਸ ਰਹੇ ਸਨ ਕਿ ਉਰਦੂ ਦੇ ਸਾਨੂੰ ਪ੍ਰੋਫੈਸਰ ਹੀ ਨਹੀਂ ਮਿਲ ਰਹੇ। ਇਹ ਸਾਰਾ ਤੁਹਾਡਾ ਮਸਲਾ ਜੀ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਔਰ ਕੌਮੀ ਜ਼ੁਬਾਨ ਦਾ ਦੇਖੋ ਨਾ ਜੀ, ਇੰਨਾ ਫੁਕਦਾਨ ਹੁੰਦਾ ਜਾ ਰਿਹਾ ਕਿ ਪ੍ਰੋਫੈਸਰ ਮੁਯੱਸਰ ਨਹੀਂ ਹੈਗੇ ਸਰ। ਬੱਚਿਆਂ ਨੂੰ ਸਮਝਾਇਆ ਨਹੀਂ ਨਾ ਜਾਂਦਾ, ਉਹਨਾਂ ਨੂੰ ਸਿਰਫ ਦੱਸ ਦਿੱਤਾ ਜਾਂਦਾ ਇਹ ਫੀਲਡ ਠੀਕ ਹੈ। ਫੀਲਡ ਸਾਰੀਆਂ ਹੀ ਬਹੁਤ ਅੱਛੀਆਂ ਨੇ, ਲੇਕਿਨ ਉਹਦੇ ਵਿੱਚ ਬੱਚੇ ਨੂੰ ਤੁਸੀਂ ਤਿਆਰ ਕਰੋ, ਉਹਨੂੰ ਐਕਸਪਰਟ ਕਰੋ, ਬੱਚਾ ਅੱਗੋਂ ਕਾਮਯਾਬ ਹੈ।
ਅੱਛਾ ਸਰ, ਹੁਣ ਮਿਹਰਬਾਨੀ ਫਰਮਾ ਕੇ ਨਾ ਜੀ, ਇਹ ਤੇ ਬੜੀਆਂ ਹੀ ਪਿਆਰੀਆਂ ਗੱਲਾਂ ਹੋ ਗਈਆਂ ਕਿ ਬੱਚੇ ਜਿਹੜੇ ਨੇ ਨਾ ਜੀ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਤੇ ਵਾਲਿदैन ਜਾਂ ਅਜ਼ੀਜ਼ੋ ਅਕਾਰਬ ਨੂੰ ਵੀ ਬੱਚੇ ਦੇ ਉੱਤੇ ਠੋਸਣਾ ਨਹੀਂ ਚਾਹੀਦਾ ਆਪਣਾ ਜੀ। ਫੈਸਲਾ ਕਿ ਤੂੰ ਜੀ। ਇਹੋ ਹੀ ਪੜਨਾ, ਤੂੰ ਡਾਕਟਰ ਹੀ ਬਣਨਾ। ਇਹ ਦੇਖਣਾ ਚਾਹੀਦਾ ਹੈ ਕਿ ਸਾਡਾ ਬੱਚਾ ਕਿਸ ਅਹਿਲ ਹੈ, ਹਾਂਜੀ ਉਹਦਾ ਰੁਝਾਨ ਕਿੱਧਰ ਹੈ, ਜਿੱਧਰ ਉਹਦਾ ਰੁਝਾਨ ਹੈ ਹੋ ਰਿਹਾ ਉਹਦੇ ਚੋਂ ਟੌਪਰ ਬਣ ਜਾਏ, ਇਹ ਗੱਲ ਹੈ ਉਹਨੂੰ ਡਾਕਟਰ ਸਾਹਿਬ। ਸਪੋਰਟ ਕਰਨਾ ਹਾਂਜੀ। ਚਾਹੀਦਾ। ਇੱਕ ਤੇ ਸਰ ਇਹ ਗੱਲ। ਹਾਂਜੀ ਦੂਸਰਾ ਡਾਕਟਰ ਸਾਹਿਬ, ਹੁਣ ਇੱਕ ਸਾਡਾ ਬੱਚਾ ਜਿਹੜਾ ਹੈ ਨਾ ਜੀ, ਉਹ ਅਹਿਲ ਹੈ ਮਾਸ਼ਾਅੱਲਾ, ਸਾਡੀ ਧੀ ਹੈ ਜਾਂ ਸਾਡਾ ਪੁੱਤਰ ਹੈ, ਉਹਦੇ ਮਾਰਕਸ ਵੀ ਬਹੁਤ ਅੱਛੇ ਨੇ, ਟੈਲੈਂਟਡ ਵੀ ਹੈ, ਸਕਿਲਡ ਵੀ ਹੈ। ਉਹਨਾਂ ਨੂੰ ਸਰ ਫੀਸ ਜ਼ਮਾਨਾ ਮੈਂ ਅਰਜ਼ ਕਰਨਾ ਚਾਹਨਾ ਕਿ ਇਸ ਵੇਲੇ ਡਿਮਾਂਡਸ ਕਿਹੜੇ ਸਬਜੈਕਟਸ ਦੀ ਹੈ? ਡਾਕਟਰ ਸਾਹਿਬ ਇਸ ਵੇਲੇ ਜਿਹੜੀ ਦੁਨੀਆ ਹੈ ਨਾ ਸਾਡੀ, ਤੁਸੀਂ ਵੀ ਕਿਉਂਕਿ ਚੀਜ਼ਾਂ ਦੇਖਦੇ ਹੋ, ਜੀ ਕੰਪਿਊਟਰ ਸਾਇੰਸ ਵਾਲੇ ਪਾਸੇ ਜਾ ਰਹੀ ਹੈ, ਜੀ 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 ਜਿਹਦੇ ਵਿੱਚ ਅੱਜ ਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ, ਸਾਈਬਰ ਸਿਕਿਉਰਿਟੀ ਆ ਰਹੀ ਹੈ। ਜੀ ਜੀ ਇਹ ਫੀਲਡ ਐਸੀ ਹੈ ਕਿ ਜਿਹੜੀ ਅੱਗੋਂ ਹਰ ਫੀਲਡ ਦੇ ਵਿੱਚ ਸ਼ਾਮਲ ਹੈ। ਜੀ ਜੀ ਕਹਿ ਲਵੋ BS ICS ਕਰਨ ਤੋਂ ਬਾਅਦ, ICS ਜਿਹੜਾ ਸਾਡੇ ਕੋਲ ਫਿਜ਼ਿਕਸ ਦੇ ਨਾਲ ਵੀ ਮੌਜੂਦ ਹੈ ਕੰਬੀਨੇਸ਼ਨ, ਜੀ ਸਟੈਟ ਦੇ ਨਾਲ ਵੀ ਮੌਜੂਦ ਹੈ, ਇਕਨੋਮਿਕਸ ਨਾਲ ਵੀ ਮੌਜੂਦ ਹੈ। ਜੀ ਠੀਕ ਹੈ। ICS ਜਿਹੜਾ ਇਹ ਤੋਂ ਬਾਅਦ BS ਕੰਪਿਊਟਰ ਸਾਇੰਸ ਬੱਚੇ ਕਰਦੇ ਨੇ, BS AI ਕਰਦੇ ਨੇ, ਆਰਟੀਫੀਸ਼ੀਅਲ ਇੰਟੈਲੀਜੈਂਸ। ਇੱਕ ਤੇ ਇਹ ਫੀਲਡ ਹੋ ਗਈ ਸਾਡੇ ਕੋਲ ਕੰਪਿਊਟਰ ਦੇ ਹਵਾਲੇ ਨਾਲ। ਜੀ ਅਗਰ ਅਸੀਂ ਮੈਡੀਕਲ ਦੇ ਹਵਾਲੇ ਨਾਲ ਗੱਲ ਕਰੀਏ, ਜਿਹੜੇ ਬੱਚੇ ਪ੍ਰੀ ਮੈਡੀਕਲ ਕਰਦੇ ਨੇ, ਤੇ ਬੱਚਿਆਂ ਨੂੰ ਮੈਂ ਤੁਹਾਡੇ ਤਵੱਸਤ ਦੇ ਨਾਲ ਇਹ ਚੀਜ਼ ਦੱਸ ਦੇਣਾ ਚਾਹੁੰਦਾ ਵਾਂ ਕਿ ਸਿਰਫ MBBS ਹੀ ਫੀਲਡ ਨਹੀਂ ਹੈ। ਵਾਹ ਡਾਕਟਰ ਸਾਹਿਬ, ਹੁਣ ਅੱਜ ਕੱਲ੍ਹ ਜਿਹੜੀ ਨਵੀਆਂ ਫੀਲਡਸ ਨੇ ਜਿਨ੍ਹਾਂ ਦਾ ਪਾਕਿਸਤਾਨ 'ਚ ਵੀ ਬਹੁਤ ਜ਼ਿਆਦਾ ਸਕੋਪ ਹੈ, ਫੋਰਨ ਵਿੱਚ ਚਲੋ ਸਕੋਪ ਹੈ ਹੀ ਹੈ ਉਹਨਾਂ ਦਾ। ਜੀ ਦੂਸਰਾ ਇਹ ਵੀ ਕਿ ਉਹ ਡਿਗਰੀਆਂ ਕਰਨ ਤੋਂ ਬਾਅਦ ਤੁਸੀਂ ਆਪਣਾ ਵੀ ਕੋਈ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ, ਅਗਰ ਤੁਹਾਨੂੰ ਨੌਕਰੀ ਨਹੀਂ ਵੀ ਕਿਧਰੇ ਮਿਲਦੀ। ਉਹਨਾਂ ਵਿੱਚ ਸਰੇ ਫਰਿਸਤ ਮੈਡੀਕਲ 'ਚ ਅੱਜ ਕੱਲ੍ਹ ਅਲਾਈਡ ਹੈਲਥ ਸਾਇੰਸਿਸ, ਵਾਹ ਜਿਹਦਾ ਅਲਹਮਦੁਲਿਲਾ ਅੱਲਾਹ ਦਾ ਲੱਖ ਲੱਖ ਸ਼ੁਕਰ, ਅਸੀਂ ਇਸ ਦਫਾ ਐਡਮਿਸ਼ਨਸ ਓਪਨ ਕਰਨ ਜਾ ਰਹੇ ਹਾਂ, ਓਪਨ ਕੀਤੇ ਨੇ ਅਸੀਂ, ਜੀ ਜਿਹਦੇ ਵਿੱਚ ਡਾਕਟਰ ਆਫ ਫਿਜ਼ੀਕਲ ਥੈਰੇਪੀ ਹੈ, DPT ਜਿਹਨੂੰ ਕਹਿੰਦੇ ਆ, ਜੀ ਜੀ MLT ਹੈ, ਮੈਡੀਕਲ ਲੈਬ ਟੈਕਨੋਲੋਜੀ ਹੈ, BS ਪ੍ਰੋਗਰਾਮਸ ਦੀ ਗੱਲ ਕਰ ਰਹੇ ਹਾਂ। ਜੀ ਜੀ ਇਹਦੇ ਵਿੱਚ ਡਿਪਲੋਮਾ ਪ੍ਰੋਗਰਾਮਸ ਵੀ ਹੈ ਨੇ, ਜਿਹਨੂੰ ਪੈਰਾਮੈਡਿਕਸ ਅਸੀਂ ਕਹਿੰਦੇ ਆ, ਉਹ ਵੀ ਸਾਡੇ ਕੋਲ ਮੌਜੂਦ ਨੇ। ਵਾਹ ਲੇਕਿਨ ਜਿਹੜਾ ਡਿਗਰੀ ਪ੍ਰੋਗਰਾਮ ਹੈ BS, ਉਹਦੇ ਵਿੱਚ 2 ਪ੍ਰੋਗਰਾਮ ਹੈ ਮੈਂ ਦੱਸੇ, ਜੀ ਹਿਊਮਨ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਹੈ, ਠੀਕ ਹੈ, HND ਜਿਹਨੂੰ ਅਸੀਂ ਕਹਿੰਦੇ ਆ, ਵਾਹ ਹਾਂ BS ਡੈਂਟਲ ਜੇ, BS ਕਾਰਡੀਓਲੋਜੀ ਹੈ, ਵਾਹ। BS ਐਨਸਥੀਸੀਆ, ਵਾਹ ਵਾਹ BS ਐਮਰਜੈਂਸੀ ਐਂਡ ਇੰਟੈਂਸਿਵ ਕੇਅਰ, ਹੂੰ BS ਆਪਟੋਮੀਟਰੀ, BS ਕੰਪਿਊਟਰ ਸਾਇੰਸ, ਵਾਹ BS ਸੌਫਟਵੇਅਰ ਇੰਜੀਨੀਅਰਿੰਗ, ਵਾਹ ਜਿਹੜਾ ਕਿ ਅਲਹਮਦੁਲਿਲਾ ਅਸੀਂ ਸੰਭੜਿਆਲ ਦੇ ਵਿੱਚ ਪਹਿਲੀ ਦਫਾ ਇੱਕ ਅਦਾਰੇ 'ਚ ਇਹਨੇ ਪ੍ਰੋਗਰਾਮ ਦੇਣ ਜਾ ਰਹੇ ਹਾਂ। ਮਾਸ਼ਾਅੱਲਾ ਮਾਸ਼ਾਅੱਲਾ। ਸਿਰਫ ਇਹ ਰੀਸੈਂਟ ਜਿਹੜੀ ਡਿਮਾਂਡਸ ਨੇ ਇਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਹੁਣ ਇਹ ਉਹ ਡਿਗਰੀਆਂ ਨੇ ਡਾਕਟਰ ਸਾਹਿਬ ਜਿਹੜੀਆਂ ਕਰਨ ਤੋਂ ਬਾਅਦ ਅਗਰ ਕੋਈ ਬੱਚਾ ਨਹੀਂ ਵੀ ਮੁਲਾਜ਼ਮਤ ਕਰਨਾ ਚਾਹ ਰਿਹਾ, ਕਿਧਰੇ ਨੌਕਰੀ ਨਹੀਂ ਕਰਨਾ ਚਾਹ ਰਿਹਾ, ਜੀ ਜੀ ਉਹ ਆਪਣਾ ਕੋਈ ਸੈਟਅਪ ਲਾ ਕੇ ਆਪਣਾ ਕੰਮ ਕਰ ਸਕਦਾ, ਅਲਹਮਦੁਲਿਲਾ। ਉਹ ਬੇਰੁਜ਼ਗਾਰ ਨਹੀਂ ਨਾ ਰਹਿ ਸਕਦਾ, ਬੇਰੋਜ਼ਗਾਰ ਨਹੀਂ ਰਹੇਗਾ। ਔਰ ਤੁਸੀਂ ਦੇਖੋ ਹਾਂਜੀ। ਕਿ ਅਸੀਂ ਅੱਜ ਸਾਡੇ ਵੀ ਨੌਲੇਜ ਵਿੱਚ ਇਜ਼ਾਫਾ ਹਾਂਜੀ। ਕੀਤਾ, ਔਰ ਸਾਡੇ ਵਿਊਅਰਸ ਜਿਹੜੇ ਨੇ ਉਹਨਾਂ ਨੂੰ ਵੀ ਮਾਸ਼ਾਅੱਲਾ ਬੜੀ ਜਾਣਕਾਰੀ ਦਿੱਤੀ ਕਿ ਅਸੀਂ ਤੇ ਇਹ ਸਮਝਦੇ ਹਾਂ ਕਿ ਮੈਡੀਕਲ ਸਾਇੰਸ ਤੋਂ ਬਾਅਦ ਬੰਦਾ ਡਾਕਟਰ ਬਣਦਾ ਹੈ। ਡਾਕਟਰ ਸਾਹਿਬ, ਇਹ ਉਹ ਨੌਕਰੀਆਂ ਜੇ ਜਿਨ੍ਹਾਂ 'ਚ ਬੰਦਾ ਡਾਕਟਰ ਨਾਲੋਂ ਬਹੁਤੇ ਪੈਸੇ ਕਮਾ ਸਕਦਾ। ਵਾਹ 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 ਬੇਸਿਕਲੀ ਤੇ ਇਹ ਚੀਜ਼ ਵੇਖੀ ਜਾਂਦੀ ਹੈ ਨਾ ਕਿ ਚਲੋ ਇੱਕ ਡਾਕਟਰ ਹੈ, ਉਹਦੀ ਇੱਕ ਮੁਆਸ਼ਰੇ 'ਚ ਇੱਜ਼ਤ ਵੀ ਹੈ, ਦੂਸਰਾ ਉਹ ਪੈਸੇ ਕਮਾਉਂਦਾ ਚੰਗੇ ਜੀ, ਭਲੇ। ਹਾਂ ਜੀ ਹਾਂ ਤੇ ਇਹ ਜਿਹੜੀਆਂ ਫੀਲਡਾਂ ਨੇ ਇਹਨਾਂ ਵਿੱਚ ਬੰਦਾ ਇੱਕ ਡਾਕਟਰ ਤੋਂ ਜ਼ਿਆਦਾ ਤਾਂ ਨਹੀਂ, ਘੱਟੋ ਘੱਟ ਉਹਦੇ ਮੁਕਾਬਲੇ ਤੇ ਪੈਸੇ ਕਮਾ ਸਕਦਾ। ਕਮਾਉਂਦਾ ਹੈ। ਔਰ ਇਹ ਵੀ ਤੇ ਸਾਰੇ ਹਾਂਜੀ। ਸਰ ਮੈਡੀਕਲ ਸਾਇੰਸ ਦੇ ਹੀ ਮੁxtਲਿਫ ਸਰ ਸ਼ੋਬਾ ਉਹਦੇ ਸ਼ੋਬੇ ਨੇ। ਜੀ ਬਸ ਇਹ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਨਹੀਂ ਦੱਸੀਆਂ ਜਾਂਦੀਆਂ। ਹਾਂ ਬੱਚਿਆਂ ਦੀ ਕੈਰੀਅਰ ਕਾਉਂਸਲਿੰਗ ਇਸ ਬਾਰੇ ਨਾਲ ਬਹੁਤ ਜ਼ਰੂਰੀ ਹੈ, ਜਿਹੜੀ ਕਿ ਤੁਸੀਂ ਚਲੋ ਆਪਣੇ ਇਸ ਵਲੌਗ ਦੇ ਹਿਸਾਬ ਨਾਲ ਕਰ ਰਹੇ ਹੋ। ਅੱਛਾ ਸਰ, ਇੱਕ ਹੋਰ ਗੱਲ ਹੈ ਹਾਂਜੀ ਡਾਕਟਰ ਸਾਹਿਬ, ਉਹ ਇਹ ਵੇ ਕਿ ਅਗਰ ਇੱਕ ਬੱਚਾ ਜਿਹੜਾ ਨਾ ਜੀ ਉਹਨੇ ਮੈਡੀਕਲ ਸਾਇੰਸ ਹੀ ਰੱਖਣੀ ਹੈ, ਹਾਂਜੀ ਉਹ ਕਹਿੰਦਾ ਕਿ ਮੈਂ ਡਾਕਟਰ ਹੀ ਬਣਨਾ ਹੈ, ਸਰ ਉਹਦਾ ਇੱਕ ਸ਼ੌਕ ਹੈ, ਜਜ਼ਬਾ ਹਾਂਜੀ। ਹੈ। ਹੁਣ ਸਰ ਉਹਦੇ ਨੰਬਰ 1-2 ਵਾਰੀ ਉਹ ਬੱਚਾ ਅਟੈਂਪਟ ਕਰਦਾ, ਨਹੀਂ ਹੁੰਦੇ ਉਹਦੇ ਨੰਬਰ ਇਸ ਕਾਬਲ ਕਿ ਉਹਨੂੰ ਮੈਡੀਕਲ ਕਾਲਜ ਵਿੱਚ ਦਾਖਲਾ ਮਿਲ ਜਾਏ। ਤੇ ਸਰ ਇਹਦੇ ਵਿੱਚ ਦੇਖੋ ਨਾ ਹੋਰ ਕਿੰਨੀ ਵੈਰਾਈਟੀ ਹੈ। ਉਹ ਸਰ ਵੈਟਰਨਰੀ ਕਾਲਜ ਵੈਟਰਨਰੀ ਕਰ ਸਕਦਾ, ਬਿਲਕੁਲ ਇੰਜ ਹੀ ਗੱਲ ਹੈ ਡਾਕਟਰ ਸਾਹਿਬ। ਹਾਂਜੀ ਉਹ ਦੇਖੋ ਕਿੰਨੀ ਜ਼ਰੂਰਤ ਹੈ। ਸਾਡਾ ਮੁਲਕ ਤੇ ਹੈ ਹੀ ਜ਼ਰਈ ਮੁਲਕ ਹੈ, ਇੰਜ ਹੀ ਗੱਲ। ਔਰ ਸਾਡਾ ਕਿਸਾਨ, ਸਾਡੀ ਜ਼ਰਾਅਤ ਲਾਈਫ ਸਟਾਕ ਤੋਂ ਬਗੈਰ ਤੇ ਨਾ ਮੁਕੰਮਲ ਹੈ ਨਾ ਜੀ। ਉਹਦੇ ਵਿੱਚ ਡਾਕਟਰ ਸਾਹਿਬ ਨਾਲ BS ਇੱਕ ਐਗਰੀਕਲਚਰ ਵੀ ਆਉਂਦਾ ਹੈ, ਵਾਹ ਹਾਂਜੀ ਹਾਂਜੀ ਜਿਹਦੇ ਵੱਲ ਬਹੁਤ ਘੱਟ ਰੁਝਾਨ ਹੈ ਲੋਕਾਂ ਦਾ। ਲੇਕਿਨ ਇਹ ਜਿਹੜੀਆਂ ਫੀਲਡਾਂ ਨੇ ਇਹਨਾਂ ਦਾ ਫੋਰਨ 'ਚ ਬਹੁਤ ਜ਼ਿਆਦਾ ਸਕੋਪ ਹੈ। ਸਾਡਾ ਇੱਥੇ ਕੀ ਕੀਤਾ ਜਾਂਦਾ ਮਾਜ਼ਰਤ ਨਾਲ, ਹਾਂ ਜਿਹੜਾ ਬੰਦਾ ਇੱਕ 5 ਸਾਲ ਦੀ ਡਿਗਰੀ ਕਰਕੇ ਆਇਆ DVM ਦੀ, ਉਹਨੂੰ ਅਸੀਂ ਡੰਗਰ ਡਾਕਟਰ ਸ਼ੁਰੂ ਕਰ ਦਿੰਦੇ ਹਾਂ, ਹਾਂ ਹਾਲਾਂਕਿ ਉਹ ਇੱਕ ਪ੍ਰੋਪਰ ਡਾਕਟਰ ਹੈ। ਉਹ ਸਰ ਡੰਗਰ ਡਾਕਟਰ ਹਾਂਜੀ। ਦੇ ਅਸੀਂ ਪੰਜਾਬੀ ਚਾਹੁੰਦੇ ਹਾਂ ਨਾ, ਹਾਂਜੀ। ਅੰਨੇ ਤੇ ਅਸੀਂ ਉਹਨੂੰ ਡਾਕਟਰ ਹੀ ਆ। ਲੇਕਿਨ ਉਹ ਇੱਕ ਹੁੰਦਾ ਨਾ ਕਿ ਲੋਕੀ ਮਹਿਸੂਸ ਕਰਦੇ ਨੇ ਕਿ ਹਾਂ ਇਸ ਪਾਸੇ ਨਹੀਂ ਆਣਾ, ਉਹ ਡੰਗਰ ਡਾਕਟਰ ਨਾ ਪੈ ਜਾਂਦਾ। ਠੀਕ ਹੈ,
ਜੇ ਸਰ ਡੰਗਰ ਡਾਕਟਰ ਜਿਹੜਾ ਵੈਟਰਨਰੀ ਡਾਕਟਰ ਨੂੰ ਅਸੀਂ ਡੰਗਰ ਡਾਕਟਰ ਆਨੇ ਆ, ਤੇ ਜਿਹੜੇ ਸਾਡੇ ਪੂਰੇ ਬੰਦਿਆਂ ਦੇ ਡਾਕਟਰ ਨੇ ਬੜੇ ਬੜੇ ਵੱਡੇ, ਉਹਨਾਂ ਨੂੰ ਵੀ ਤੁਸੀਂ 20 ਸਾਲ ਪਹਿਲੇ ਵੇਖ ਲਓ ਤਾਂ ਸਾਡੇ ਬਜ਼ੁਰਗ ਬਾਬੇ ਡਾਕਦਾਰ ਹੀ ਆਂਦੇ ਹੁੰਦੇ ਇਹ ਇਹੀ ਗੱਲ ਹੈ ਜੀ ਗੱਲ। ਤੇ ਇਸ ਵਾਸਤੇ ਉਹ ਸਾਨੂੰ ਚੋਂਕੇ ਨਾ ਖਾਂਦਾ ਸਨ ਸਾਡੇ ਬਜ਼ੁਰਗ, ਹਾਂਜੀ ਉਂਝ ਤੇ ਉਹਨਾਂ ਦੇ ਜ਼ਿਹਨ ਔਰ ਦਿਮਾਗ ਔਰ ਦਿਲ ਰੋਸ਼ਨ ਹੁੰਦੇ ਸਨ ਡਾਕਟਰ ਸਾਹਿਬ। ਤੇ ਉਦੋਂ ਜ਼ੁਬਾਨ ਜਿਹੜੀ ਹੈ ਨਾ ਜੀ, ਉਹਦੇ ਵਿੱਚ ਲਫ਼ਜ਼ ਵੀ ਬਜ਼ੁਰਗ ਡਾਕਦਾਰ ਆਖ ਲੈਂਦੇ ਸਨ, ਆਖਣਾ ਜੋ ਡਾਕਟਰ ਹੀ ਚਾਹੁੰਦੇ ਹੁੰਦੇ ਸਨ, ਇਹਦੇ ਚ ਕਿਸੇ ਡਾਕਟਰ ਦੀ ਤਾਂ ਧੋਈ ਨਹੀਂ ਨਹੀਂ, ਬਸ ਵਜ੍ਹਾ ਇਹ ਆਈ ਜਾਂਦੀ ਹੈ ਨਾ ਕਿ ਅਸੀਂ ਆਪਣਾ ਇੱਕ ਜ਼ੇਨ ਬਣਾ ਲਿਆ ਹਾਂ ਕਿ ਅਸਾਂ ਉਧਰ ਨਹੀਂ ਜਾਣਾ ਹੈ। ਗੱਲ ਹੈ ਹਾਲਾਂਕਿ ਇਹ ਫੀਲਡ ਜ਼ੋਨ ਹੈ, ਇਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਮਾਂਡ ਹੈ ਸਰ। ਔਰ ਤੁਸੀਂ ਏਡੀ ਵੱਡੀ ਡਾਕਟਰ ਸਾਹਿਬ ਗੱਲ ਕੀਤੀ, ਸਾਡੇ ਧੀਆਂ ਪੁੱਤਰ ਜਿਹਨੂੰ ਉਹਦੇ ਤੇ ਗੌਰ ਸਾਡੇ ਬੱਚਿਆਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਦੇਖੋ ਸਰ, ਐਗਰੀਕਲਚਰਿਸਟ ਬਣ ਕੇ ਬੰਦਾ ਕਿੱਡਾ ਵੱਡਾ ਨਾਮ ਪੈਦਾ ਕਰ ਸਕਦਾ ਹੈ। ਔਰ ਐਗਰੀਕਲਚਰ ਇੱਕ ਪੂਰੀ ਸਾਇੰਸ ਹੈ ਸਰ, ਔਰ ਜਦੀਦ ਤਰੀਨ ਜਿਹੜੇ ਤਰੀਕਾ ਹੈ ਕਾਸ਼ਤਕਾਰੀ, ਉਹ ਸਾਡੇ ਬੱਚਿਆਂ ਨੂੰ ਸਿੱਖਣੇ ਚਾਹੀਦੇ ਨੇ। ਡਾਕਟਰ ਸਾਹਿਬ ਇਹ ਮਿਹਰਬਾਨੀ ਤੁਸੀਂ ਬੜੀ ਫਰਮਾਈ, ਹੁਣ ਥੋੜਾ ਇਹ ਵੀ ਦੱਸੋ, ਕੁਝ ਅਜਿਹੇ ਸਬਜੈਕਟਸ ਵੀ ਦੱਸੋ, ਅਜਿਹੇ ਡਿਸਪਲਿਨ ਵੀ ਦੱਸੋ ਕਿ ਜਿਹੜੇ ਸਾਡੇ ਬੱਚੇ ਪੜ੍ਹਨ ਔਰ ਬੜੀ ਮਿਹਨਤ ਕਰਨ, ਤੇ ਉਹਦੇ ਵਿੱਚ ਸਰ ਉਹਨਾਂ ਦੇ ਨਾ ਜੀ ਬਾਹਰ ਜਾਣ ਦਾ ਵੀ ਚਾਂਸ ਬਣ ਸਕੇ, ਔਰ ਬਾਹਰ ਜਾ ਕੇ ਵੀ ਉਹਨਾਂ ਨੂੰ ਅੱਛੀਆਂ ਜੌਬਸ ਮਿਲ ਜਾਣ। ਦੇਖੋ ਨਾ, ਸਾਡੇ ਮੁਲਕ ਦੇ ਵਿੱਚ ਸਰ ਇੱਕ ਅਲਮੀਆ ਹੈ ਕਿ ਹਰ ਦੂਜਾ ਤੀਜਾ ਸਾਡਾ ਬੱਚਾ ਉਹ ਬਾਹਰ ਜਾਣ ਦਾ ਉਹਨੂੰ ਸ਼ੌਕ ਹੈ ਜੀ, ਮੈਂ ਅਬਰੋਡ ਚਲੇ ਜਾਣਾ ਜੀ, ਮੈਂ ਯੂਰਪ ਜਾਣਾ, ਮੈਂ ਅਮਰੀਕਾ ਜਾਣਾ ਹੈ। ਹਾਲਾਂਕਿ ਸਰ ਆਪਣੇ ਪਾਕਿਸਤਾਨ ਦੇ ਵਿੱਚ ਆਪਣੇ ਮਾਂ-ਬਾਪ ਭੈਣਾਂ ਭਰਾਵਾਂ ਦੇ ਵਿੱਚ ਰਹਿ ਕੇ ਸਰ ਬੰਦਾ ਥੋੜਾ ਵੀ ਖਾ ਲਵੇ, ਬਾਹਰ ਕੋਈ ਕਿੱਡਾ ਵੀ ਅਮੀਰ ਹੋ ਜਾਏ, ਲੇਕਿਨ ਸਾਡੇ ਆਖਦੇ ਨੇ ਪੰਜਾਬੀ ਦੇ ਵਿੱਚ ਅਖਾਣ ਹੈ ਕਿ ਜੰਗਲ ਮੇਂ ਮੋਰ ਨਾਚਾ ਕਿਸਨੇ ਦੇਖਾ। ਡਾਕਟਰ ਸਾਹਿਬ ਤੁਸੀਂ ਅਮਰੀਕਾ ਦੇ ਵਿੱਚ ਜਾ ਕੇ ਅਰਬਪਤੀ ਹੋ, ਬੜੇ ਵੱਡੇ ਬੰਦੇ ਬਣ ਗਏ ਹੋ, ਨਾ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਤੁਹਾਨੂੰ ਵੇਖਿਆ, ਤੁਹਾਨੂੰ ਫਿਜ਼ੀਕਲੀ ਕਿਸੇ ਵੇਖਿਆ ਤਾਂ ਨਹੀਂ ਕਿ ਤੁਹਾਡੀ ਕੋਈ ਇੱਜ਼ਤ ਹੈ ਜਾਂ ਤੁਸੀਂ ਕਿਸ ਮੁਕਾਮ ਤੇ ਹੋ। ਆਪਣੇ ਸਾਕਾਂ ਦੇ ਵਿੱਚ ਸ਼ਰੀਕਾਂ ਦੇ ਰਹਿ ਕੇ ਨਾ ਸਰ ਵਸੀਏ, ਉੱਥੇ ਨਾਮ ਪੈਦਾ ਕਰੀਏ, ਉਹ ਵੱਡੀ ਗੱਲ ਹੁੰਦੀ ਹੈ। ਲੇਕਿਨ ਮੈਂ ਅਰਜ਼ ਕਰ ਰਿਹਾ ਸਾਂ ਕਿ ਸਾਡੇ ਹਰ ਦੂਸਰੇ ਤੀਸਰੇ ਧੀ ਪੁੱਤਰ ਦਾ ਸ਼ੌਕ ਹੁੰਦਾ ਕਿ ਉਹ ਬਾਹਰ ਜਾਏ, ਤੇ ਮਿਹਰਬਾਨੀ ਕਰਕੇ ਉਹਨਾਂ ਦੇ ਵਾਸਤੇ ਸਬਜੈਕਟਸ ਦੱਸੋ ਕਿ ਜਿਹੜੇ ਸਾਡੇ ਬੱਚੇ, ਉਹਨਾਂ ਦੇ ਜ਼ਿਹਨ 'ਚ ਉਹਨਾਂ ਮਤਾ ਪਕਾਇਆ ਕਿ ਮੈਂ ਇਨਸ਼ਾਅੱਲਾ ਆਪਣੀ ਐਜੂਕੇਸ਼ਨ ਮੁਕੰਮਲ ਕਰਕੇ ਜਾਂ ਕਿਸੇ ਮੁਕਾਮ ਤੇ ਪਹੁੰਚ ਕੇ ਬਾਕੀ ਐਜੂਕੇਸ਼ਨ ਵੀ ਮੈਂ ਬਾਹਰ ਜਾ ਕੇ ਲੈਣੀ ਹੈ, ਔਰ ਜੌਬ ਸ਼ੌਬ ਵੀ ਮੈਂ ਕੰਮ ਵੀ ਬਾਹਰ ਜਾ ਕੇ ਕਰਨਾ ਹੈ। ਉਹ ਬੱਚਿਆਂ ਨੂੰ ਜ਼ਰਾ ਗਾਈਡ ਕਰੋ ਕਿ ਉਹ ਕਿਹੜੀ ਤਾਲੀਮ ਹਾਸਲ ਕਰਨ ਕਿ ਉਹਨਾਂ ਦੀ ਫਿਰ ਬਾਹਰ ਜਾ ਕੇ ਵੀ ਕੰਮ ਆਵੇ, ਬਾਹਰ ਜਾ ਕੇ ਜਦੋਂ ਫੌਰਨ ਜਾਣ ਤੇ ਉੱਥੇ ਵੀ ਪਾਕਿਸਤਾਨ ਦਾ, ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨ ਔਰ ਆਸੂਦਾ ਜ਼ਿੰਦਗੀ ਵੀ ਗੁਜ਼ਾਰਨ। ਡਾਕਟਰ ਸਾਹਿਬ ਇਹ ਵਾਕਈ ਇੱਕ ਬਹੁਤ ਵੱਡਾ ਆਲਮੀ ਹੈ ਜੀ। ਹਰ ਦੂਸਰੇ ਬੱਚੇ ਨੂੰ ਪੁੱਛੀਏ ਨਾ, ਉਹਦਾ ਇਹ ਹੁੰਦਾ ਹੈ ਕਿ ਮੈਂ ਸਰ ਜੀ ਬਾਹਰ ਟੁਰ ਜਾਣਾ, ਲੇਕਿਨ ਬਾਹਰ ਜਾ ਕੇ ਕਰਨਾ ਕੀ ਉਹਨੂੰ ਇਹ ਹੀ ਨਹੀਂ ਪਤਾ, ਬਾਹਰ ਜਾਣਾ ਕਿਵੇਂ ਵੇ ਉਹਨੂੰ ਇਹ ਹੀ ਨਹੀਂ ਪਤਾ। ਸਾਰਿਆਂ ਤੋਂ ਵੱਡੀ ਚੀਜ਼ ਤੇ ਇਹ ਨਾ ਕਿ ਅੱਛੀ ਤਾਲੀਮ ਪਹਿਲਾਂ ਇੱਥੇ ਪੂਰੀ ਕਰੇ, ਫਿਰ ਉਹਦੀ ਬੇਸ ਦੇ ਉੱਤੇ ਬਾਹਰ ਜਾ ਕੇ ਕੋਈ ਅੱਛਾ ਕੰਮ ਕਰੇ। ਜੇ ਮਿਹਨਤ ਮਜ਼ਦੂਰੀ ਹੋਈ ਕਰਨੀ ਹੈ ਤੇ ਫਿਰ ਪੜ੍ਹਨ ਦਾ ਕੀ ਫਾਇਦਾ? ਜੇ ਮਿਹਨਤ ਮਜ਼ਦੂਰੀ ਹੋਈ ਕਰਨੀ ਹੈ, ਉਹਦੇ ਵਾਸਤੇ ਡਾਕਟਰ ਸਾਹਿਬ ਅੱਜ ਕੱਲ੍ਹ ਜਿਹੜੀਆਂ ਮੇਨ ਫੀਲਡਾਂ ਨੇ, ਇੱਕ ਤੇ ਮੈਡੀਕਲ ਸਾਇੰਸਿਸ ਹੈ, ਠੀਕ ਹੈ, ਦੂਸਰਾ ਕੰਪਿਊਟਰ IT, ਤੇ ਕਹਿ ਲਵੋ ਕਿ ਅਗਰ ਤੇ ਯੂਰਪ ਜਾਂ ਅਮਰੀਕਾ 'ਚ ਜਾਣਾ, ਠੀਕ ਹੈ, ਜਾਂ ਆਸਟ੍ਰੇਲੀਆ ਵਾਲੇ ਪਾਸੇ, ਫਿਰ ਤੇ ਮੈਡੀਕਲ ਸਾਇੰਸਿਸ ਹੈ, ਜਾਂ ਕਾਊਂਟਿੰਗ ਆਪਣਾ ਕੰਪਿਊਟਰ ਹੈ, IT ਹੈ, ਜਾਂ ਕਾਮਰਸ ਦੇ ਸਬਜੈਕਟਸ ਨੇ ਜੀ, ਠੀਕ ਹੈ, ਇਹਨਾਂ ਦੀ ਜ਼ਿਆਦਾ ਡਿਮਾਂਡ ਹੈ ਬਾਹਰ ਦੇ ਵਿੱਚ ਜੀ। ਦੂਸਰਾ ਅਗਰ ਅਸੀਂ ਇਹਦੀ ਗੱਲ ਕਰੀਏ ਕਿ ਬੱਚਿਆਂ ਨੇ ਜਾਣਾ ਕਿਵੇਂ ਹੈ, ਵੇਖੋ ਅੱਛੇ ਨੰਬਰ ਬੱਚੇ ਲੈਣ, ਕਿਸੇ ਅੱਛੀ ਯੂਨੀਵਰਸਿਟੀ 'ਚ ਦਾਖਲਾ ਲੈਣ, ਅੱਛਾ ਸਕਾਲਰਸ਼ਿਪ ਮਿਲੇ ਜੀ। ਜੇ ਬਾਹਰ ਜਾ ਕੇ ਵੀ ਪਿੱਛੋਂ ਘਰੋਂ ਹੀ ਪੈਸੇ ਮੰਗਵਾਣੇ ਨੇ ਤਾਂ ਉਸ ਬਾਹਰ ਜਾਣ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ ਸਰ। ਸਕਾਲਰਸ਼ਿਪ ਤੇ ਜਾਣ ਬੱਚੇ, ਜਾ ਕੇ ਮੁਲਕ ਦਾ ਵੀ ਨਾਮ ਰੋਸ਼ਨ ਕਰਨ, ਠੀਕ ਹੈ, ਤੇ ਮੁਲਕ 'ਚ ਜ਼ਰੇ ਮੁਬਾਦਲਾ ਵੀ ਭੇਜਣ। ਬੱਚਿਆਂ ਨੂੰ ਇਹੀ ਚੀਜ਼ ਹੈ ਨਾ ਕਿ ਗਾਈਡ ਨਹੀਂ ਕੀਤਾ ਜਾਂਦਾ। ਹਾਲਾਂਕਿ ਡਾਕਟਰ ਸਾਹਿਬ ਵੇਖੋ, ਬਾਹਰ ਜਾਣਾ ਕੋਈ ਏਡਾ ਮੁਸ਼ਕਲ ਕੰਮ ਨਹੀਂ ਹੈ ਜੀ। ਅਸੀਂ ਲੋਕ ਕੀ ਕਰਨੇ ਆ, ਅਸੀਂ ਚੜ ਜਾਂਦੇ ਆ ਏਜੰਟਾਂ ਦੇ ਹੱਥੇ, ਜਿਹੜੇ ਕੋ 2 ਸਾਲ 3 ਸਾਲ ਤੁਹਾਨੂੰ ਜ਼ਲੀਲ ਕਰਦੇ ਨੇ, ਤੁਹਾਡੇ ਕੋਲੋਂ ਪੈਸੇ ਲੈਂਦੇ ਨੇ, ਬਾਅਦ ਚ ਕੀ ਕਹਿੰਦੇ ਨੇ, ਮਾਜ਼ਰਤ ਜੀ ਤੁਹਾਡਾ ਦਾਖਲਾ ਨਹੀਂ ਹੋਇਆ। ਇਹੀ ਸਾਰਾ ਕੰਮ ਅਗਰ ਅਸੀਂ ਐਜੂਕੇਸ਼ਨਿਸਟ ਲੋਕ ਜਿਹੜੇ ਆ, ਤਲੀਮੀ ਅਦਾਰਿਆਂ ਵਾਲੇ ਆ, ਬੱਚਿਆਂ ਨੂੰ ਸਮਝਾਈਏ ਕਿ ਇਹ ਸਾਰਾ ਕੰਮ ਕਿਵੇਂ ਕਰਨਾ, ਤੇ ਕੋਈ ਮੁਸ਼ਕਲ ਚੀਜ਼ ਨਹੀਂ। ਪੜ੍ਹੇ ਲਿਖੇ ਬੰਦੇ ਨੇ ਤੇ ਡਾਕਟਰ ਸਾਹਿਬ ਕੰਮ ਹੀ ਕੋਈ ਨਹੀਂ। ਪੜ੍ਹੇ ਲਿਖੇ ਬੰਦੇ ਨੇ ਸਿਰਫ ਆਹ ਤਰੀਕਾ ਦੱਸਣਾ ਹੈ, ਉਹ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਨਹੀਂ ਕਰਦੇ। ਉਹਦਾ ਆਸਾਨ ਜਿਹਾ ਹੱਲ ਹੈ ਕਿ ਯੂਨੀਵਰਸਿਟੀ ਤੁਹਾਂ ਦਾਖਲਾ ਲੈਣਾ, ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਓ, ਉੱਥੇ ਐਡਮਿਸ਼ਨ ਦਾ ਸਾਰਾ ਪ੍ਰੋਸੀਜਰ ਉਹਨਾਂ ਦਿੱਤਾ ਹੁੰਦਾ ਕਿ ਕਿਹੜੀ ਕਿਹੜੀ ਡਿਗਰੀ ਦੇ ਓਪਨ ਨੇ,
ਕੁਛ ਤੇ ਆਨਲਾਈਨ, ਬਲਕਿ ਜ਼ਿਆਦਾ ਸਾਰੇ ਹੀ ਆਨਲਾਈਨ ਹੀ ਹੁੰਦੇ ਨੇ। ਆਨਲਾਈਨ ਹੀ ਅਸਾਂ ਉੱਥੇ ਅਪਲਾਈ ਕਰਨਾ ਹੈ, ਹਾਂ ਆਨਲਾਈਨ ਹੀ ਸਾਰੇ ਡਾਕੂਮੈਂਟਸ ਅਪਲੋਡ ਕਰਨੇ ਨੇ, ਹਾਂ ਉੱਥੇ ਆਪਣੀ ਐਪਲੀਕੇਸ਼ਨ ਫਾਰਮ ਜਮ੍ਹਾਂ ਕਰਾ ਦੇਣਾ। ਹਾਂ ਮਹੀਨੇ ਬਾਅਦ 2 ਮਹੀਨੇ ਬਾਅਦ ਉਹਨਾਂ ਦੀ ਲਿਸਟ ਲੱਗਣੀ ਹੈ। ਜੇ ਤਾਂ ਤੁਹਾਡਾ ਦਾਖਲਾ ਹੋ ਗਿਆ, ਤੁਹਾਨੂੰ ਉਹ ਮੇਲ ਕਰ ਦੇਣਗੇ। ਜੀ ਉਹ ਮੇਲ ਤੁਹਾਨੂੰ ਕਰਨਗੇ, ਆਪਣਾ ਵੀਜ਼ਾ ਐਪਲੀਕੇਸ਼ਨ ਫਾਰਮ ਮੇਲ ਕਰਨਗੇ। ਜੀ ਉਹ ਹਾਂ ਵੀਜ਼ਾ ਐਪਲੀਕੇਸ਼ਨ ਫਾਰਮ ਲੈਣਾ, ਡਾਕੂਮੈਂਟ ਸਾਰੇ ਆਪਣੇ ਟੈਸਟ ਕਰਵਾ ਕੇ ਨਾਲ ਲਾ ਕੇ ਅੰਬੈਸੀ 'ਚ ਜਮ੍ਹਾਂ ਕਰਾ ਦੇਣਾ। ਵਾਹ ਇੰਨੀ ਕੁ ਗੱਲ ਹੁੰਦੀ ਜੇ ਸਿਰਫ। ਵਾਹ ਵਾਹ ਜਿਹਦੇ ਏਜੰਟ ਜਿੰਨੇ ਵੀ ਨੇ, ਕੋਈ 5-5 ਲੱਖ ਲੈ ਰਿਹਾ, ਕੋਈ 10-10 ਲੱਖ ਲੈ ਰਿਹਾ, ਇਹ ਤਾਂ ਮੈਂ ਥੋੜੀ ਜਿਹੀ ਅਮਾਉਂਟ ਦੱਸ ਰਿਹਾ। ਸਰ ਇਦੋਂ ਬਹੁਤ ਜ਼ਿਆਦਾ ਪੈਸੇ ਲਏ ਨੇ, ਔਰ 2-2 3-3 ਸਾਲ ਦੇ ਲੋਕਾਂ ਦੇ ਪੈਸੇ ਏਜੰਟ ਵਰਤ ਰਹੇ ਨੇ। ਹਾਂਜੀ, ਔਰ ਉਹਨਾਂ ਦਾ ਬੱਚਾ ਬਾਹਰ ਜਾਣ ਦੀ ਕੋਈ ਉਮੀਦ ਵੀ ਨਹੀਂ। ਇੰਜੀ ਤੇ ਗੱਲ 5 ਸਾਲ ਸਾਰੇ ਇੱਕ ਬੰਦੇ ਦੇ ਗਰੀਬ ਦੇ 15-20 ਲੱਖ ਰੁਪਈਆ ਵਰਤ ਕੇ ਤੇ ਉਹਨੂੰ ਵਾਪਸ ਵੀ ਜੇ ਏਜੰਟ ਦੇ ਦੇ, ਅਮਲ ਤੇ ਵਾਪਸ ਹੀ ਨਹੀਂ ਦਿੰਦੇ। ਤੇ ਜੇ ਕੋਈ ਵਾਪਸ ਵੀ ਦੇ ਦੇਵੇ ਤੇ ਉਹਨੇ ਤਾਂ ਸਰ ਵਰਤ ਲਿਆ 5 ਸਾਲ, ਵਰਤ ਲਿਆ। ਇਹੀ ਗੱਲ ਹੈ ਨਾ, 5 ਸਾਲਾਂ 'ਚ ਉਹਦੀ ਵੈਲਿਊ ਤੁਹਾਨੂੰ ਪਤਾ ਕਿੰਨੀ ਘਟ ਜਾਂਦੀ ਘਟ ਗਈ। ਔਰ ਜਿਹਨੇ ਪੈਸੇ ਦਿੱਤੇ ਉਹਦਾ ਮੁੰਡਾ ਫਿਰ ਪਾਕਿਸਤਾਨ ਖਾਂਦਾ। ਇੰਜੀ ਗੱਲ ਹੈ। ਤੇ ਬੜੀ ਜ਼ਬਰਦਸਤ ਤੁਸੀਂ ਗੱਲ ਕੀਤੀ, ਮੈਂ ਤੇ ਬੜਾ ਹੀ ਖੁਸ਼ ਹੋਇਆ। ਬਾਕੀ ਇੱਕ ਮੈਂ ਤੁਹਾਡੇ ਚੈਨਲ ਦੇ ਤਵਸਤ ਨਾਲ ਇਹ ਵੀ ਚੀਜ਼ ਕਹਿਣਾ ਚਾਹੁੰਦਾ, ਅਗਰ ਕਿਸੇ ਬੱਚੇ ਨੂੰ ਕੋਈ ਮੁਸ਼ਕਲ ਆ ਰਹੀ ਹੋਵੇ ਜੀ ਬਾਹਰ ਜਾਣ ਦੇ ਮਾਮਲੇ 'ਚ, ਜਾਂ ਉਹਨੂੰ ਕੋਈ ਸਮਝ ਨਹੀਂ ਆ ਰਹੀ ਹੋਵੇ, ਜੀ ਜੀ ਤੇ ਉਹ ਸਰ ਜੀ ਐਸਪਾਇਰ ਕਾਲਜ ਸੰਭੜਿਆ ਲਾ ਕੇ ਰਾਬਤਾ ਕਰ ਸਕਦਾ ਹੈ। ਵਾਹ ਉਹਨੂੰ ਅਸੀਂ ਅੱਛੇ ਤਰੀਕੇ ਨਾਲ ਹਰ ਚੀਜ਼ ਗਾਈਡ ਕਰਾਂਗੇ। ਵਾਹ ਵਾਹ। ਔਰ ਇਹਦੀ ਕੋਈ ਫੀਸ ਵੀ ਨਹੀਂ ਹੋਏਗੀ, ਕੋਈ ਫੀਸ ਨਹੀਂ ਹੋਏਗੀ। ਇਹ ਕਹਿ ਲਵੋ ਕਿ ਫੀਸ ਬਿਲਿਲਾ। ਵਾਹ 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 ਵਾਹ। ਡਾਕਟਰ ਸਾਹਿਬ, ਇਹ ਤੁਸੀਂ ਹੁਣ ਬੜੀ ਖੂਬਸੂਰਤ ਗੱਲ ਕੀਤੀ ਕਿ ਮੈਡੀਕਲ ਕਰਕੇ ਵੀ ਬੰਦੇ ਜਾ ਸਕਦੇ ਨੇ, ਲੇਕਿਨ ਮੈਂ ਥੋੜਾ ਜਿਹਾ ਇਸ ਗੱਲ ਨੂੰ ਚਾਹਨਾ ਕਿ ਹੋਰ ਥੋੜਾ, ਤੁਸੀਂ 2-3 ਸਿਰਫ ਦਸੀਆਂ, IT ਦੱਸਿਆ, ਮੈਂ ਚਾਹਨਾ ਸਾਂ ਸਰ ਵੇਖੋ ਨਾ ਮੈਡੀਕਲ ਜੋ ਮਿਡਵਾਈਫਰੀ ਹੈ, ਹਾਂਜੀ ਉਹਦੀ ਵੇਖੋ ਕਿੰਨੀ ਜ਼ਿਆਦਾ ਡਿਮਾਂਡ ਹੈ। ਡਾਕਟਰ ਸਾਹਿਬ ਨਰਸਿੰਗ ਦੀ ਬੜੀ ਡਿਮਾਂਡ ਹੈ, ਬਹੁਤ ਜ਼ਿਆਦਾ। ਉਹ ਵੀ ਖਾਸ ਤੌਰ ਤੇ ਜਿਹੜੇ ਮੇਲ ਨਰਸ ਨੇ। ਮੇਲ ਸਾਡੇ ਇੱਥੇ ਜੋ ਇੱਕ ਨਰਸ ਦਾ ਨਾਮ ਹੁੰਦਾ ਨਾ, ਮਾਜ਼ਰਤ ਨਾਲ ਤੁਹਾਡੀ ਮੈਂ ਗੱਲ ਕੱਟੀ ਹੈ, ਉਹਨੂੰ ਸਿਰਫ ਇੱਕ ਫੀਮੇਲ ਦੇ ਨਾਲ ਐਸੋਸੀਏਟ ਕਰ ਦਿੱਤਾ ਜਾਂਦਾ। ਹਾਂ। ਜਦਕਿ ਫੋਰਨ ਦੇ ਵਿੱਚ ਸਰ ਜੀ ਫੀਮੇਲ ਨਰਸ ਦੀ ਬੜੀ ਡਿਮਾਂਡ ਹੈ, ਫਾਰਮਾਸਿਸਟ ਦੀ ਬੜੀ ਡਿਮਾਂਡ ਹੈ, ਬਹੁਤ ਜ਼ਿਆਦਾ ਹੈ। ਤੁਸੀਂ ਮੇਰੇ ਮੂੰਹ ਦੀ ਗੱਲ ਛੀਨੀ। ਫਾਰਮਾਸਿਸਟ ਨੇ ਡਾਕਟਰ ਸਾਹਿਬ, ਔਰ ਫਿਰ ਸਰ ਐਗਰੀਕਲਚਰਿਸਟ ਜਿਹੜੇ ਨੇ ਸਾਡੇ ਜ਼ਰਾਤ ਪੇਸ਼ਾ ਲੋਕ, ਜਿਨ੍ਹਾਂ ਥੋੜੇ ਜਿਹੇ BSc ਐਗਰੀਕਲਚਰ ਕੀਤੀ ਹੋਵੇ, ਸਹੀ ਬਿਲਕੁਲ ਰਾਹ ਹੈਂਡਡ ਨਾ ਹੋਣ, ਬਿਲਕੁਲ ਨਾ ਖਾਂਦਾ ਸਾਡੇ ਕਿਸਾਨ, ਉਹ ਵੀ ਸਰ ਜਾ ਕੇ ਨਾ ਜੀ, ਸਾਡਾ ਇੱਕ ਦੋਸਤ ਹੈ, ਉਹਦਾ ਬੱਚਾ ਉਹ ਜ਼ਿਮੀਦਾਰ ਹੈ ਡਾਕਟਰ ਸਾਹਿਬ, ਉਹਦਾ ਬੱਚਾ ਮੈਟ੍ਰਿਕ ਸਿਰਫ ਪਾਸ ਹੈ, ਔਰ ਉਹ ਚਲਾ ਗਿਆ ਹੋਇਆ ਯੂਨਾਨ। ਉਹ ਸਰ ਕਹਿੰਦਾ ਹੈ ਕਿ ਮੈਂ 50 ਯੂਰੋ ਡੇਲੀ ਲੈ ਰਿਹਾ। ਹੁਣ ਤੁਸੀਂ ਦੇਖੋ ਨਾ ਆਕਾ, ਤੇ ਕੰਮ ਉਹ ਕੀ ਕਰਦਾ ਸਰ ਉੱਥੇ? ਉਹ ਬੱਚਾ ਜ਼ੈਤੂਨ ਤੋੜਦਾ ਹੈ, ਜਾਂ ਜਿਹੜੀ ਵੀ ਅੱਗੇ ਫਸਲ ਉਗਣ ਵਾਲੀ ਹੁੰਦੀ ਹੈ, ਟਮਾਟਰ ਦੀ ਫਸਲ ਕਾਸ਼ਤ ਕਰ ਲਈ, ਮਤਲਬ ਜ਼ਿਮੀਦਾਰ ਉਹ ਪਹਿਲਾਂ ਹੀ ਸਨ। ਉਹਦੇ ਵਾਸਤੇ ਤੁਹਾਡੀ ਕਿੰਨੀ ਪਿਆਰੀ ਗੱਲ ਹੈ ਕਿ ਜਿਹਨੇ ਜਾ ਕੇ ਬਾਹਰ ਜ਼ਰਾਤ ਖੇਤੀਬਾੜੀ ਕਰਨੀ ਹੈ, ਉਹਨੂੰ ਪੜ੍ਹਨ ਦੀ ਕਿਹੜੀ ਲੋੜ ਹੈ? ਉਹਨੂੰ ਤੇ ਫਿਰ ਆਪਣਾ ਫਨ ਸਿੱਖਣਾ ਚਾਹੀਦਾ, ਜ਼ਰਾਤ ਦਾ। ਹੁਣ ਇੱਕ ਬੰਦਾ ਸਰ ਉਹ ਕਾਰਪੈਂਟਰ ਹੈ ਜਾਂ ਗੋਲਡ ਸਮਿਥ ਹੈ, ਉਹ ਤੇ ਆਪਣਾ ਕੰਮ ਸਿੱਖ ਕੇ ਜਾਏ, ਜਾ ਕੇ ਕਰੇ। ਜਿਹਨੇ ਐਜੂਕੇਸ਼ਨ ਹਾਸਲ ਕਰਨੀ ਹੈ, ਉਹਨੂੰ ਤੁਸੀਂ ਬੜਾ ਹੀ ਪਿਆਰਾ ਗਾਈਡ ਕੀਤਾ ਕਿ ਉਹ ਆ ਕੇ ਇਹ ਜਿਹੜੇ ਡਿਸਪਲਿਨ ਨੇ ਇਹਨਾਂ ਦੇ ਵਿੱਚ ਆਪਣੀ ਡਿਗਰੀ ਲਵੇ। ਔਰ ਡਾਕਟਰ ਸਾਹਿਬ, ਇਸ ਤੋਂ ਪਹਿਲੇ ਕਿ ਤੁਹਾਡੇ ਨਾਲ ਜਨਾਬ ਗੱਲਬਾਤ ਦਾ ਅਸੀਂ ਇਖਤਤਾਮ ਕਰੀਏ, ਕੋਈ ਸਾਡੇ ਨੌਜਵਾਨ ਬੱਚੇ ਜਿਹੜੇ ਨੇ, ਉਹਨਾਂ ਨੂੰ ਕੋਈ ਐਸਾ ਮੈਸੇਜ ਵੀ ਦਿਓ, ਉਹਨਾਂ ਦੀ ਕੈਰੀਅਰ ਕਾਉਂਸਲਿੰਗ ਵੀ ਹੋ ਜਾਏ, ਔਰ ਡਾਕਟਰ ਸਾਹਿਬ ਸਾਡੇ ਬੱਚਿਆਂ ਨੂੰ ਕਿਸੇ ਰਾਹ ਪਾਓ ਕਿ ਉਹ ਕਿਸ ਤਰ੍ਹਾਂ, ਕਿਹੜੀ ਐਜੂਕੇਸ਼ਨ ਹਾਸਲ ਕਰਕੇ ਆਪਣੇ ਮਾਪਿਆਂ ਦਾ, ਆਪਣੇ ਸ਼ਹਿਰ ਦਾ, ਆਪਣੇ ਮੁਲਕ ਦਾ, ਆਪਣੇ ਪਾਕਿਸਤਾਨ ਦਾ, ਔਰ ਅਗਰ ਸਾਡੇ ਉਹ ਬੱਚੇ ਫਿਰ ਬਾਹਰ ਚਲੇ ਜਾਂਦੇ ਨੇ ਤੇ ਜਾ ਕੇ ਆਲਮੀ ਸਤਹ ਤੇ ਆਪਣੇ ਮੁਲਕ ਦਾ ਨਾਂ ਰੋਸ਼ਨ ਕਰ ਸਕਣ। ਕੋਈ ਐਸਾ ਮੈਸੇਜ ਵੀ ਦਿਓ। ਅੱਛਾ ਡਾਕਟਰ ਸਾਹਿਬ, ਜਿਹੜੇ ਸਬਜੈਕਟ ਨੇ ਜੀ, ਉਹਨਾਂ ਵਿੱਚ ਸਰਫਰਿਸਤ ਕਹਿ ਲਵੋ ਸਾਡੀ ਜਿਹੜੀ ਸਾਇੰਸ ਐਂਡ ਟੈਕਨੋਲੋਜੀ ਜੀ, ਉਹਦੇ ਵਿੱਚ ਮੈਡੀਕਲ ਸਾਇੰਸਿਸ ਨੇ ਜੀ, ਜਿਹਦੇ ਵਿੱਚ ਹੁਣ ਅਸੀਂ ਗੱਲ ਕਰ ਰਹੇ ਹਾਂ ਲਾਈਡਲ ਸਾਇੰਸਿਸ ਹੈ ਜੀ, ਨਰਸਿੰਗ ਹੈ, ਫਾਰਮਾਸੀ ਹੈ, ਠੀਕ ਹੈ। ਇਸ ਤੋਂ ਇਲਾਵਾ ਐਗਰੀਕਲਚਰ ਸਾਇੰਸਿਸ ਨੇ ਜੀ, ਜੀ, ਉਸ ਤੋਂ ਬਾਅਦ ਇੰਜੀਨੀਅਰਿੰਗ, ਜੀ, ਜੀ, ਅੱਜ ਕੱਲ ਬਹੁਤ ਜ਼ਿਆਦਾ ਹੈ, ਸੌਫਟਵੇਅਰ ਇੰਜੀਨੀਅਰਿੰਗ ਦੀ ਬਹੁਤ ਡਿਮਾਂਡ ਹੈ, ਜੀ, ਜੀ, ਸਾਈਬਰ ਸਿਕਿਉਰਿਟੀ ਆ ਗਿਆ ਡਿਪਾਰਟਮੈਂਟ, ਉਸ ਤੋਂ ਬਾਅਦ AI ਆ ਗਿਆ, ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਟਾਬੇਸ ਸਾਇੰਸਿਸ, ਜੀ, ਜੀ, ਉਸ ਤੋਂ ਬਾਅਦ ਅਗਰ ਅਸੀਂ ਚਲੇ ਜਾਈਏ ਫਿਰ ਕਾਮਰਸ ਦੇ ਡਿਪਾਰਟਮੈਂਟ ਨੇ, ਜੀ, ਜਿਹਦੇ ਵਿੱਚ ਬੈਂਕਿੰਗ ਹੈ, ਅਕਾਊਂਟਿੰਗ ਹੈ, ਡਿਫਰੈਂਟ ਉਹਦੇ ਵਿੱਚ ਵੀ ਅੱਗੇ ਜਿਹੜਾ ਫੀਲਡਾਂ ਨੇ, ਵਾਹ, ਇਹ ਸਾਡੀਆਂ ਕੋਈ ਫੀਲਡਾਂ ਨੇ। ਦੂਸਰਾ ਇੱਕ ਡਾਕਟਰ ਸਾਹਿਬ ਐਂਡ ਤੇ ਮੈਂ ਇੱਕ ਛੋਟੀ ਜੀ ਗੱਲ ਇਹ ਕਰਾਂਗਾ ਜੀ, ਕਿ ਪੇਰੈਂਟਸ ਨੂੰ ਬੱਚੇ ਤੇ ਇਤਮਾਦ ਕਰਨਾ ਚਾਹੀਦਾ। ਜੀ, ਬੱਚਾ ਜਿਸ ਪਾਸੇ ਜਾਣਾ ਚਾਹ ਰਿਹਾ ਉਹਨੂੰ ਉਸ ਪਾਸੇ ਜਾਣ ਦੇਣਾ ਚਾਹੀਦਾ, ਅਗਰ ਉਹ ਇੰਟਰਸਟ ਸ਼ੋ ਕਰਦਾ ਪਿਆ। ਅਗਰ ਜੋ ਨਹੀਂ ਕਰਦਾ ਪਿਆ ਤੇ ਫਿਰ ਤੋਂ ਉਹਨੂੰ ਗਾਈਡ ਕੀਤਾ ਜਾਵੇ ਕਿ ਭਾਈ ਇਹ ਪ੍ਰੋਗਰਾਮ ਕਰ ਲੈ, ਇਹ ਕਰ ਲੈ। ਜੀ, ਵੇਖੋ
ਐਟ ਦਾ ਐਂਡ ਹੋਣਾ ਕੀ ਹੈ, ਬੱਚੇ ਦੀ ਚੋਇਸ, ਬੱਚੇ ਦੀ ਈਜ਼ੀਨੈਸ, ਬੱਚਾ ਕਿੱਥੇ ਆਸਾਨੀ ਮਹਿਸੂਸ ਕਰ ਰਿਹਾ, ਉਹ ਸਬਜੈਕਟ ਬੱਚੇ ਨੂੰ ਕਰਵਾਓ। ਜਿਹੜਾ ਵੀ ਸਬਜੈਕਟ ਹੈ ਡਾਕਟਰ ਸਾਹਿਬ, ਉਹਦੀ ਮਾਰਕੀਟ ਦੇ ਵਿੱਚ ਡਿਮਾਂਡ, ਅਗਰ ਬੱਚਾ ਉਹਦੇ 'ਚ ਐਕਸਪਰਟ ਹੈ, ਵਾਹ ਵਾਹ ਸਕਿੱਲਸ ਦਾ ਦੌਰ ਹੈ, ਬੱਚਿਆਂ ਨੂੰ ਆਹ ਐਜੂਕੇਸ਼ਨ ਦੇ ਨਾਲ ਸਕਿੱਲਸ ਸਿਖਾਉਣੀਆਂ ਨੇ। ਵਾਹ। ਬਸ ਇਹ ਮੇਰਾ ਮੈਸੇਜ ਹੈ ਕਿ ਬੱਚਿਆਂ ਨੂੰ ਨਾਲੋਂ ਨਾਲ ਸਕਿੱਲਸ ਵੀ ਸਿਖਾਓ। ਲਓ ਜੀ ਸਾਹਿਬੋ, ਸਾਡਾ ਅੱਜ ਦਾ ਜਿਹੜਾ ਵਿਲਾਗ ਹੈ, ਮੈਨੂੰ ਯਕੀਨ ਹੈ ਕਾਮਿਲ ਹੈ ਕਿ ਸਾਡੇ ਸਾਰੇ ਜਿਹੜੇ ਤੁਲਾਬਾ ਤਾਲਿਬਾਤ ਨੇ ਉਹਨਾਂ ਦੇ ਵਾਸਤੇ ਵੀ, ਔਰ ਸਾਡੇ ਜਿਹੜੇ ਵਾਲਿदैन ਨੇ ਜਿਨ੍ਹਾਂ ਦੇ ਬੱਚੇ ਮੁਖਤਲਿਫ ਕਾਲਜਿਸ ਦੇ ਵਿੱਚ, ਮੁਖਤਲਿਫ ਸਕੂਲਸ ਦੇ ਵਿੱਚ ਜ਼ੇਰੇ ਤਾਲੀਮ ਨੇ, ਉਹਨਾਂ ਦੇ ਵਾਸਤੇ ਵੀ ਡਾਢੀ ਜਾਣਕਾਰੀ ਦਾ ਸਬਬ ਬਣੇਗਾ। ਸਾਹਿਬੋ, ਡਾਕਟਰ ਸਾਹਿਬ ਨੇ ਬੜੇ ਬੜੇ ਪਤੇ ਦੀਆਂ ਗੱਲਾਂ ਦਸੀਆਂ। ਸੱਚੀ ਗੱਲ ਤੇ ਇਹ ਵੇ ਕਿ ਮੈਨੂੰ ਵੀ ਬਹੁਤ ਸਾਰੀਆਂ ਗੱਲਾਂ ਦਾ ਅੱਜ ਪਤਾ ਲੱਗਾ ਹੈ, ਔਰ ਅਲਹਮਦੁਲਿਲਾ ਇਸ ਕਾਬਲ ਹੋ ਨਸੀ ਹੋ ਗਏ ਹਾਂ ਕਿ ਅਸੀਂ ਆਪਣੇ ਬੱਚਿਆਂ ਦੇ ਔਰ ਆਪਣੇ ਅੱਗੋਂ ਪੋਤਰਿਆਂ ਦੋਤਰਿਆਂ ਤੱਕ ਦੇ ਅਸੀਂ ਹੁਣ ਕੈਰੀਅਰ ਕਾਉਂਸਲਿੰਗ ਉਹਨਾਂ ਦੀ ਕਰ ਸਕਨੇ ਆ, ਉਹਨਾਂ ਦੇ ਸਬਜੈਕਟਸ ਦੀ ਸਿਲੈਕਸ਼ਨ ਦੇ ਵਿੱਚ ਉਹਨਾਂ ਦੀ ਮੁਆਵਨਤ ਕਰ ਸਕਨੇ ਆ, ਉਹਨਾਂ ਦੀ ਸਰਪ੍ਰਸਤੀ ਕਰ ਸਕਨੇ ਆ। ਔਰ ਜੇ ਗੱਲ ਕੋਈ ਪਿਆਰਿਓ ਸਾਡੇ ਵੱਸੋਂ ਬਾਹਰ ਹੋਵੇ ਤੇ ਦੇਖੋ ਕਿੰਨਾ ਅੱਲਾਹ ਪਾਕ ਦਾ ਇਹਸਾਨ ਹੈ ਕਿ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਹਾਲੀ ਵੀ ਸੰਭੜਿਆਲ ਐਸਪਾਇਰ ਕਾਲਜ ਵਰਗੇ ਐਡੇ ਪਿਆਰੇ ਇਦਾਰੇ ਮੌਜੂਦ ਨੇ, ਜਿਨ੍ਹਾਂ ਦੇ ਮੁਹਤਰਮ ਪ੍ਰਿੰਸੀਪਲ ਡਾਕਟਰ ਸੁਲੇਮਾਨ ਮੁਨੀਰ ਸਾਹਿਬ, ਜਿਨ੍ਹਾਂ ਫਰਮਾਇਆ ਔਰ ਉਹਨਾਂ ਖੁੱਲੀ ਪੇਸ਼ਕਸ਼ ਕੀਤੀ ਕਿ ਐਸੇ तमाम ਬੱਚੇ ਬੱਚੀਆਂ ਜਿਹੜੇ ਜ਼ਹੀਨ ਨੇ ਔਰ ਇਸ ਲੈਵਲ ਤੱਕ ਤਾਲੀਮ ਹਾਸਲ ਕਰ ਚੁੱਕੇ ਨੇ ਕਿ ਹੁਣ ਉਹ ਬਾਹਰ ਜਾ ਸਕਦੇ ਨੇ ਜਾਂ ਉਹਨਾਂ ਨੂੰ ਬਾਹਰ ਜਾਣ ਦਾ ਸ਼ੌਕ ਹੈ। ਉਹਨਾਂ ਫਰਮਾਇਆ ਵੀ ਏਜੰਟਾਂ ਦੇ ਕੋਲ ਨਾ ਫਸੋ ਤੇ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਫ੍ਰੀ ਮੁਸ਼ਾਵਰਤ ਦੇਵਾਂਗੇ। ਪਿਆਰਿਓ, ਐਸੇ ਇਦਾਰੇ ਨਾ ਸਿਰਫ ਬੱਚਿਆਂ ਦੀ ਤਦਰੀਸ ਔਰ ਤਾਲੀਮ ਤੇ ਧਿਆਨ ਦਿੱਤਾ ਜਾਏ, ਉਹਨਾਂ ਦੀ ਕਿਰਦਾਰ ਸਾਜ਼ੀ ਕੀਤੀ ਜਾਏ, ਉਹਨਾਂ ਦੀ ਤਰਬੀਅਤ ਕੀਤੀ ਜਾਏ, ਉਹਨਾਂ ਨੂੰ ਇੱਕ ਮੁਕੰਮਲ ਅਮਲੀ ਸਮਾਜੀ ਇਨਸਾਨ ਬਣਨ ਦੇ ਵਾਸਤੇ ਉਹਨਾਂ ਦੀ ਸਰਪ੍ਰਸਤੀ ਕੀਤੀ ਜਾਏ ਔਰ ਉਹਨਾਂ ਦੇ ਮੁਸਤਕਬਲ ਦੇ ਬਾਰੇ ਵੀ ਉਹਨਾਂ ਨੂੰ ਫ੍ਰੀ ਕੈਰੀਅਰ ਕੰਸਲਟੇਸ਼ਨ ਔਰ ਕਾਉਂਸਲਿੰਗ ਫਰਾਹਮ ਕੀਤੀ ਜਾਏ। ਲਾਇਕੇ ਸਤਾਇਸ਼ ਨੇ। ਮੈਂ ਫਿਰ ਇੱਕ ਵਾਰੀ ਉਮੀਦ ਕਰਨਾ ਅੱਲਾਹ ਪਾਕ ਕੋਲੋਂ ਕਿ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਬੜਾ ਇਨਫੋਰਮੇਟਿਵ ਹੋਏਗਾ ਸਾਡੇ ਵਿਊਅਰਸ ਦੇ ਵਾਸਤੇ ਵੀ ਔਰ ਉਹਨਾਂ ਦੇ ਬੱਚਿਆਂ, ਉਹਨਾਂ ਦੇ ਅਜ਼ੀਜ਼ੋ ਅਕਾਰਬ ਦੇ ਵਾਸਤੇ ਵੀ। ਇਸ ਪ੍ਰੋਗਰਾਮ ਨੂੰ ਪਿਆਰਿਓ ਜ਼ਿਆਦਾ ਤੋਂ ਜ਼ਿਆਦਾ ਆਪਣੇ ਉਹਨਾਂ ਬੱਚਿਆਂ ਨੂੰ ਜ਼ਰੂਰ ਸ਼ੇਅਰ ਕਰੋ ਜਿਹੜੇ ਤਾਲੀਮ ਹਾਸਲ ਕਰ ਰਹੇ ਨੇ, ਤਾਂ ਕਿ ਉਹਨਾਂ ਨੂੰ ਇਹਦੇ ਵਿੱਚੋਂ ਕਾਫੀ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਮਿਲੇ। ਇਹਦੇ ਨਾਲ ਹੀ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो